गुण भरे एक गुण नाही, अमृत छाड़ बिख बिख खाई। माया मोह भरम पै भूले, सुत दारा स्यों प्रीत लगाई। एक उत्तम पंथ सुनिहो गुर संगत, तेह मिलंत जम त्रास मिटाई। एक अरदास भाट कीरत की, गुर रामदास राखो सरनाई। एक अरदास भाट कीरत की, गुर रामदास राखो सरनाई। मूक उचरै शास्त्र खट, पिंग गिरन चढ़ जाए। अंध लखै बदरो सुनै, जो काल कृपा कराए। सो कहो टल गुर सेवियै, अहनिस सहज सुभाए। दर्शन परसै गुरु कै, जन्म मरण दुख जाए। दर्शन परसै गुरु कै, जन्म मरण दुख जाए। सतनाम श्री वाहिगुरु साहिब जी। साचा साहिब साच नाए, भाखिया भाओ अपार। आखहि मंगहि देह देह, दात करे दातार। साचा साहिब साच नाए, भाखिया भाओ अपार। आखहि मंगहि देह देह, दात करे दातार। फेर के अग्गै रखियै, जित दिसै दरबार। मोहाओ के बोलण बोलिए, जित सुन धरे प्यार। अमृत वेला सच नाओ, वड्याई विचार। करमी आवै कपड़ा, नदरी मोख दुआर। नानक एवै जानियै, सब आपे सचियार। करमी आवै कपड़ा, नदरी मोख दुआर। नानक एवै जानियै, सब आपे सचियार। वाहिगुरु जी का खालसा, वाहिगुरु जी की फतेह। सच्चे पातशाह गरीब नवाज, पतित पावन, भगत वत्सल, किरपा दे खजाने, धन साहिब श्री गुरु ग्रंथ साहिब जी महाराज। सतगुरु जी की किरपा रहमत सदका गुरबाणी की सुध संथਿਆ अर्थबोध की क्लास विच आपां सारे इकੱਤਰ होए हाँ। सतगुरु जी की अपार बख्शिश रहमत सदका 3 पौड़ियां संपूर्ण होईयां ने। चौथी पौड़ी की प्रारंभता हुई है। भाई साहब जी ने जिक्र किया सी कि जो जमक ते विश्राम है
ਉਹਨਾਂ ਬਾਰੇ ਥੋੜ੍ਹਾ ਜਿਹਾ ਜ਼ਰੂਰ ਦੱਸਣਾ। ਤੋ ਜਿਹੜੀ ਜਮਕ ਹੁੰਦੀ ਹੈ ਉਹਦੇ ਪਾਉਣ ਦਾ ਚਿੰਨ੍ਹ ਜਿਹੜਾ ਹੈ ਉਹ ਕੇਵਲ ਇੱਕ ਕੌਮਾ ਹੁੰਦਾ ਹੈ, ਤੇ ਜਿਹੜਾ ਵਿਸ਼ਰਾਮ ਹੁੰਦਾ ਪੂਰਾ ਉਹ ਉੱਤੇ ਡਾਟ ਬਿੰਦੀ ਹੁੰਦੀ ਹੈ, ਥੱਲੇ ਕੌਮਾ ਹੁੰਦਾ ਹੈ, ਉਹਨੂੰ ਕਹਿੰਦੇ ਪੂਰਾ ਵਿਸ਼ਰਾਮ। ਪੂਰੇ ਵਿਸ਼ਰਾਮ ਤੋਂ ਭਾਵ ਪੂਰਾ ਰੁਕਣਾ। ਜਿੱਦਾਂ ਆਪਾਂ ਜਿੱਦਾਂ ਕਹਿ ਲਓ ਬਾਹਰਲੇ ਦੇਸ਼ਾਂ 'ਚ ਉਹ ਨਿਯਮ ਹੁੰਦੇ ਨਾ ਟ੍ਰੈਫਿਕ ਦੇ, ਤੇ ਸਮਝਾਉਣ ਮਾਤਰ ਹੀ ਜਿਹੜਾ ਸਟਾਪ ਸਾਈਨ ਹੁੰਦਾ ਪੂਰਾ ਰੁਕਣਾ ਹੁੰਦਾ, ਤੇ ਜਿਹੜਾ ਯੀਲਡ ਸਾਈਨ ਹੁੰਦਾ ਹੈ ਉਹ ਥੋੜ੍ਹਾ ਵੇਖ ਕੇ ਤੇ ਜਾਓ। ਤੇ ਜਿਹੜੀ ਜਮਕੀ ਹੈ ਉਹ ਉੱਥੇ ਥੋੜ੍ਹਾ ਠਹਿਰਾਅ ਦੇਣਾ, ਤੇ ਜਿਹੜਾ ਵਿਸ਼ਰਾਮ ਹੁੰਦਾ ਉਹਦੇ ਤੇ ਪੂਰਾ ਆ ਕਰਕੇ ਰੁਕਣਾ ਹੁੰਦਾ। ਤੇ ਦੋ ਨਿਯਮ ਹੁੰਦੇ ਆ ਵਿਸ਼ਰਾਮ ਦੇ ਤੇ ਜਮਕੀਆਂ ਦੇ ਵੀ। ਇੱਕ ਤਾਂ ਵੱਡਾ ਨਿਯਮ ਜਿਹੜਾ ਸਾਰਾ ਬਾਣੀ ਦੇ ਅੰਦਰ ਸਤਿਗੁਰਾਂ ਜੀ ਨੇ ਧਰਨਾ ਕੀਤਾ ਹੈ, ਅਰਥਾਂ ਦੇ ਮੁਤਾਬਕ ਜਿਹੜੇ ਆ ਉਹ ਵਿਸ਼ਰਾਮ ਲੱਗਦੇ ਆ, ਤੇ ਕਈ ਵਿਸ਼ਰਾਮ ਜਿਹੜੇ ਆ ਉਹ ਮਹਿੰਗੇ ਹੁੰਦੇ ਆ ਬਹੁਤ। ਤੇ ਇਹ ਵੀ ਜਿਹੜਾ ਹੈ ਉਹ ਕਿਉਂਕਿ ਸੰਗਤ ਚੋਂ ਹੀ ਸਾਰੀਆਂ ਚੀਜ਼ਾਂ ਸਿੱਖਣ ਨੂੰ ਮਿਲਦੀਆਂ, ਬਿਨਾਂ ਸੰਗਤ ਤੋਂ ਜੀਵ ਜਿਹੜਾ ਹੈ ਉਹ ਪਸ਼ੂ ਦੇ ਸਮਾਨ ਰਹਿ ਜਾਂਦਾ ਹੈ, ਉਹਨੂੰ ਗਿਆਨ ਨਹੀਂ ਪ੍ਰਾਪਤ ਹੁੰਦਾ। ਇਸੇ ਕਰਕੇ ਸਤਿਗੁਰਾਂ ਜੀ ਨੇ ਸੰਗਤ ਦੇ ਕਰਨ ਤੇ ਜ਼ਿਆਦਾ ਜ਼ੋਰ ਦਿੱਤਾ। ਜਿਹੜੀਆਂ ਸਾਰੀਆਂ ਚੰਗੀਆਂ ਚੀਜ਼ਾਂ ਕਲਾਸ ਦੇ ਵਿੱਚ ਹੀ ਅਧਿਆਪਕ ਨਹੀਂ ਪੜ੍ਹਾ ਸਕਦੇ, ਪਰ ਸੰਗਤ ਵਿੱਚ ਰਹਿੰਦਿਆਂ ਵਿਚਰਦਿਆਂ ਸੁਣਦਿਆਂ ਤੇ ਉਹ ਸੁਤੇ ਸਿੱਧ ਹੀ ਸਾਰੀਆਂ ਚੀਜ਼ਾਂ ਜਿਹੜੀਆਂ ਆਪਣੇ ਆਪ ਆਉਣ ਲੱਗ ਪੈਂਦੀਆਂ। ਜਿਵੇਂ ਕੋਈ ਸਾਡੇ ਕੋਲ ਸ਼ਬਦ ਬੋਲਿਆ ਨਹੀਂ ਜਾਂਦਾ ਤੇ ਆਪਣੀ ਬੋਲੀ ਵਿੱਚ ਅਸੀਂ ਕਹਿੰਦੇ ਔਖਾ, ਮੇਰੇ ਕੋਲ ਬੋਲਿਆ ਨਹੀਂ ਜਾਂਦਾ, ਕਠਿਨ ਵਾ, ਪਰ ਗੁਰਬਾਣੀ ਦੇ ਉਚਾਰਨ 'ਚ ਆਪਾਂ ਇਹ ਸ਼ਬਦ ਨਹੀਂ ਬੋਲ ਸਕਦੇ, ਕਿਉਂਕਿ ਗੁਰਬਾਣੀ ਦਾ ਆਪਾਂ ਸਤਿਕਾਰ ਕਰਨਾ। ਇਸ ਕਰਕੇ ਜੇ ਗੁਰਬਾਣੀ ਦਾ ਸ਼ਬਦ ਜਿੱਥੇ ਉਚਾਰਨ ਸੇ ਬੋਲਿਆ ਨਹੀਂ ਜਾਂਦਾ, ਜਿੱਦਾਂ ਸਾਡੇ ਕੋਲ ਉਚਾਰਨ ਨਹੀਂ ਹੁੰਦਾ, ਤਾਂ ਉੱਥੇ ਕਹੀਦਾ ਇਹ ਸ਼ਬਦ ਮਹਿੰਗਾ ਹੈ, ਮੇਰੇ ਕੋਲੋਂ ਇਹਦਾ ਉਚਾਰਨ ਨਹੀਂ ਹੋ ਰਿਹਾ। ਪਰ ਇਹ ਨਹੀਂ ਕਹਿਣਾ ਕਿ ਇਹ ਮਤਲਬ ਬਾਣੀ ਔਖੀ ਹੈ, ਜਾਂ ਇਹ ਜਿਵੇਂ ਸ਼ਲੋਕ ਸਹਿਸਕ੍ਰਿਤੀ ਮਹੱਲਾ 5ਵਾਂ, ਤੇ ਉੱਥੇ ਫਿਰ ਗੁਰਸਿੱਖ ਇਹ ਕਹਿੰਦੇ ਆ ਜਿਨ੍ਹਾਂ ਸੰਗਤ ਕੀਤੀ ਹੈ ਕਿ ਮਹਾਰਾਜ ਦੀ ਬਾਣੀ ਮਹਿੰਗੀ ਹੈ, ਪੜ੍ਹਨ ਵਾਸਤੇ ਉਚਾਰਨ ਵਾਸਤੇ ਮਹਿੰਗੀ ਹੈ। ਇਹ ਨਹੀਂ ਕਹਿਣਾ ਔਖੀ ਹੈ ਕਠਿਨ ਹੈ, ਇਹ ਸ਼ਬਦ ਨਹੀਂ ਬੋਲੀ ਦੇ। ਤੇ ਜਿਵੇਂ ਰਹਿਤਨਾਮਿਆਂ 'ਚ ਗੁਰੂ ਸਾਹਿਬ ਜੀ ਨੇ ਜੋ ਸਾਨੂੰ ਕਕਾਰਾਂ ਵਾਸਤੇ ਬਖਸ਼ਿਸ਼ ਕੀਤੀ ਹੈ, ਜਿਵੇਂ ਕੇਸਾਂ ਨੂੰ ਸੁਕਾਉਣਾ ਨਹੀਂ ਕਹੀਦਾ। ਜਦੋਂ ਆਪਾਂ ਕੇਸੀ ਇਸ਼ਨਾਨ ਕਰਦੇ ਹਾਂ ਤੇ ਫਿਰ ਜਦੋਂ ਕੇਸ ਜਿਹੜੇ ਆ ਗਿੱਲੇ ਹੁੰਦੇ ਆ, ਧੁੱਪ ਲਵਾਉਂਦੇ ਆ, ਉਹਨਾਂ ਨੂੰ ਕੋਈ ਕਵੇ ਤੇ ਪੁੱਛੇ ਕਿ ਕੀ ਕਰਦੇ ਹੋ, ਕਹਿੰਦੇ ਕੇਸ ਸੁਕਾ ਰਿਹਾ। ਇਹ ਸੁਕਾਉਣਾ ਸ਼ਬਦ ਜਿਹੜਾ ਕੇਸਾਂ ਵਾਸਤੇ ਨਹੀਂ ਵਰਤੀਦਾ, ਉਦੋਂ ਕਹਿੰਦਾ ਮੈਂ ਕੇਸ ਹਰੇ ਕਰ ਰਿਹਾ ਹਾਂ। ਤਾਂ ਉਹ ਇਹ ਸਤ ਸੰਗਤ ਦੀ ਜਿਹੜੀ ਆ ਨਾ ਉਹ ਇੱਕ ਵੱਖਰੀ ਮਿਠਾਸ ਵਾਲੀ ਬੋਲੀ ਹੁੰਦੀ ਹੈ, ਗੁਰਮਰਿਆਦਾ ਵਾਲੀ ਬੋਲੀ ਹੁੰਦੀ ਹੈ। ਉਹਨਾਂ ਚੀਜ਼ਾਂ ਨੂੰ ਆਪਾਂ ਇਹ ਕਥਾ ਵਿੱਚ ਹੀ, ਸੰਗਤ ਵਿੱਚ ਹੀ ਜਿਹੜਾ ਹੈ ਉਹ ਸਿੱਖ ਸਕਦੇ ਹਾਂ, ਤੇ ਆਪਣੀ ਜ਼ਿੰਦਗੀ 'ਚ ਧਾਰਨ ਕਰਕੇ ਫਿਰ ਆਪਣੀ ਜ਼ਿੰਦਗੀ ਜਿਹੜੀ ਸਾਡੀ ਉਹ ਪਹਿਲਾਂ ਨਾਲੋਂ ਤਬਦੀਲ ਹੋ ਜਾਂਦੀ ਹੈ। ਸਤਿਗੁਰੂ ਜੀ ਦੀ ਇਹੀ ਟਕਸਾਲ ਹੈ, ਘੜੀ ਹੈ ਸ਼ਬਦ ਸੱਚੀ ਟਕਸਾਲੀ। ਇਹ ਬਾਣੀ ਦੀ ਟਕਸਾਲ ਹੈ ਸੱਚੇ ਪਾਤਸ਼ਾਹ ਜੀ ਮਹਾਰਾਜ ਦੀ। ਆਪਣਾ ਮਨ ਰੂਪੀ ਸਿੱਕਾ ਗੁਰੂ ਸਾਹਿਬ ਜੀ ਦੀ ਬਾਣੀ ਰੂਪੀ ਟਕਸਾਲ ਦੇ ਵਿੱਚ ਜਦੋਂ ਪਾਈਏ ਤੇ ਫਿਰ ਸਤਿਗੁਰ ਖੋਟਿਓਂ ਖਰੇ ਕਰੇ। ਮਹਾਰਾਜ ਸੱਚੇ ਪਾਤਸ਼ਾਹ ਜੀ ਖੋਟੇ ਸਿੱਕੇ ਨੂੰ ਮਹਾਰਾਜ ਖਰਾ ਕਰ ਦਿੰਦੇ ਆ। ਸਤਿਗੁਰੂ ਜੀ ਦੇ ਘਰ ਜਿਹੜਾ ਹੈ ਉਹ ਜਨਮ ਹੋ ਜਾਂਦਾ, ਪਹਿਲਾ ਮਨ ਜਿਹੜਾ ਮਰ ਜਾਂਦਾ ਹੈ। ਜਦੋਂ ਸਤਿਗੁਰੂ ਜੀ ਦੇ ਘਰ ਜਨਮ ਹੁੰਦਾ ਤੇ ਫਿਰ ਸਤਿਗੁਰ ਕਹਿ ਜਨਮੇ ਗਬਨ ਮਟਾਇਆ, ਫਿਰ ਆਵਾ ਗਾਉਣ ਦੇ ਚੱਕਰ ਚੋਂ ਉਹ ਜੀਵ ਨਿਕਲ ਜਾਂਦਾ ਹੈ ਜਿਹੜਾ ਸਤਿਗੁਰੂ ਜੀ ਦੇ ਘਰੇ ਜਨਮ ਪੈਂਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਜਿਹੜਾ ਨਾਮ ਰੂਪੀ ਮੋਹਰ ਹੈ, ਜਿਹੜਾ ਨਿਸ਼ਾਨ ਹੈ ਨਾਮ ਦਾ, ਉਹ ਫਿਰ ਮਹਾਰਾਜ ਦੀ ਬਾਣੀ ਦੀ ਟਕਸਾਲ ਵਿੱਚੋਂ ਲੱਗ ਜਾਂਦਾ। ਜਿਹੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਦੀ ਟਕਸਾਲ ਹੈ। ਸੱਚੇ ਪਾਤਸ਼ਾਹ ਜਿਹੜੇ ਸਤਿਗੁਰੂ ਜੀ ਦੀ ਬਾਣੀ ਨਾਲ ਪਿਆਰ ਕਰਦੇ ਆ, ਬਾਣੀ ਨੂੰ ਪੜ੍ਹਨ ਦੇ ਸਿੱਖਣ ਦੀ ਜਿਹੜੀ ਆ ਕਿ ਪੜ੍ਹਨਾ ਕਿਵੇਂ ਸਿੱਖਣਾ ਹੈ, ਤੇ ਬਾਣੀ ਨੂੰ ਉਚਾਰਨ ਕਿਵੇਂ ਕਰਨਾ ਹੈ, ਜਿਹੜੇ ਪ੍ਰੀਤ ਕਰਦੇ ਤੇ ਫਿਰ ਹੌਲੀ ਹੌਲੀ ਉਹ ਸਿੱਖ ਜਾਂਦੇ ਆ।
ਤੇ ਜਿਨ੍ਹਾਂ ਨੂੰ ਇਹ ਚਾਅ ਪੈਦਾ ਹੁੰਦਾ ਕਿ ਮਹਾਰਾਜ ਦੀ ਬਾਣੀ ਦਾ ਉਪਦੇਸ਼ ਕੀ ਹੈ, ਸਤਿਗੁਰੂ ਜੀ ਸਾਨੂੰ ਸਮਝਾਉਂਦੇ ਕੀ ਹੈ, ਤੇ ਉਹਨਾਂ ਨੂੰ ਚਾਅ ਨਾਲ ਜਦੋਂ ਅਰਥ ਸੁਣਦੇ ਆ ਤੇ ਅਰਥ ਸੁਣ ਕੇ ਫਿਰ ਜਿਹੜਾ ਹੈ ਮਹਾਰਾਜ ਸੱਚੇ ਪਾਤਸ਼ਾਹ ਜੀ ਉਹਨਾਂ ਦਾ ਜੀਵਨ ਜਿਹੜਾ ਉਹ ਇਹੋ ਜਿਹਾ ਘੜ ਦਿੰਦੇ ਆ ਕਿ ਜਿਵੇਂ ਜਿਹੜੇ ਵੀ ਮੋਹਰ ਦੇ ਉੱਤੇ ਨਿਸ਼ਾਨ ਪਿਆ ਹੁੰਦਾ ਉਸ ਦੇਸ਼ ਦੀ ਉਹ ਮੋਹਰ ਅਖਵਾਉਂਦੀ, ਜਿਵੇਂ ਡਾਲਰ ਹੀ ਹੈ ਜਾਂ ਰੁਪਈਏ ਹੈ ਜਾਂ ਪਾਉਂਡ ਹੈ ਤਾਂ ਕਾਗਜ਼ ਹੀ ਨਾ, ਪਰ ਜਦੋਂ ਉਹਦੇ ਉੱਤੇ ਮੋਹਰ ਜਿਹੜੇ ਦੇਸ਼ ਦੀ ਲੱਗੀ ਹੁੰਦੀ ਹੈ, ਤੇ ਜੇ ਇੰਗਲੈਂਡ ਦੀ ਮੋਹਰ ਲੱਗੀ ਤਾਂ ਆਪਾਂ ਕਹਿੰਦੇ ਆ ਪਾਉਂਡ ਹੈ, ਜੇ ਅਮਰੀਕਨ ਜਾਂ ਕੈਨੇਡੀਅਨ ਲੱਗੀ ਤਾਂ ਉਹ ਕਹਿੰਦੇ ਆਪਾਂ ਡਾਲਰ ਹੈ, ਜੇ ਇੰਡੀਆ ਦੀ ਲੱਗੀ ਮੋਹਰ ਤੇ ਆਪਾਂ ਰੁਪਈਆ ਹੈ। ਇਸ ਤਰ੍ਹਾਂ ਜਿਹੜਾ ਨਾਮ ਦੀ ਮੋਹਰ ਹੈ, ਨਾਮ ਦਾ ਨਿਸ਼ਾਨ ਹੈ, ਇਹ ਮਨ ਰੂਪੀ ਸਿੱਕੇ ਤੇ ਲੱਗ ਜਾਂਦਾ, ਫਿਰ ਉਹ ਸੰਸਾਰੀ ਉਹ ਨਿਰੰਕਾਰੀ ਅਖਵਾਉਂਦੇ ਆ ਉਹਨਾਂ ਦੇ, ਕਿਉਂਕਿ ਸੰਸਾਰ ਵਿੱਚ ਜਿਹੜੇ ਸੁਭਾਅ ਜਿਹੋ ਜਿਹਾ ਹੁੰਦਾ ਤੇ ਉਹ ਸੰਸਾਰ ਵਾਲੀ ਮੋਹਰ ਲੱਗੀ ਹੋਣ ਕਰਕੇ ਫਿਰ ਮਨ ਸੰਸਾਰੀ ਹੈ। ਤੇ ਜਦੋਂ ਮਹਾਰਾਜ ਦੀ ਬਾਣੀ ਰੂਪੀ ਟਕਸਾਲ 'ਚ ਮਨ ਰੂਪੀ ਸਿੱਕਾ ਪੈਂਦਾ ਹੈ, ਉਦੋਂ ਫਿਰ ਉਹ ਸੰਸਾਰ ਵਾਲੀ ਮੋਹਰ ਜਿਹੜੀ ਆ ਉਹ ਸਾਫ਼ ਹੋ ਜਾਂਦੀ ਹੈ, ਤੇ ਨਿਰੰਕਾਰੀ ਮੋਹਰ ਜਿਹੜੀ ਹੈ, ਰੱਬੀ ਮੋਹਰ ਜਿਹੜੀ ਹੈ, ਨਾਮ ਦਾ ਟੋਂਬੂ, ਨਾਮ ਦਾ ਨਿਸ਼ਾਨ, ਉਹ ਫਿਰ ਮਨ ਰੂਪੀ ਸਿੱਕੇ ਤੇ ਜਦੋਂ ਪੈਂਦਾ ਹੈ ਤੇ ਫਿਰ ਉਹ ਮਨ ਘੜਿਆ ਜਾਂਦਾ, ਨਵਾਂ ਜਨਮ ਹੋ ਜਾਂਦਾ ਗੁਰੂ ਸਾਹਿਬ ਦੇ ਘਰ ਦੇ ਅੰਦਰ। ਤੇ ਇਹ ਜਿਹੜੀਆਂ ਹਨ ਚੀਜ਼ਾਂ, ਇਹਨਾਂ ਨੂੰ ਜਦੋਂ ਸਿੱਖਣਾ, ਸਿੱਖ ਬਣ ਕਰਕੇ ਸਿੱਖੀ ਸਿੱਖਿਆ ਗੁਰ ਵਿਚਾਰ, ਨਦਰੀ ਕਰਮ ਲੰਘਾਏ ਪਾਰ। ਮਹਾਰਾਜ ਕਹਿੰਦੇ ਜਦੋਂ ਫਿਰ ਮਹਾਰਾਜ ਦੀ ਨਿਗਾਹ ਹੁੰਦੀ ਹੈ ਵਾਹਿਗੁਰੂ ਦੀ, ਤੇ ਬਖਸ਼ਿਸ਼ ਦੇ ਨਾਲ, ਮਿਹਰ ਦੀ ਨਿਗਾਹ ਨਾਲ ਜੀਵ ਪਾਰ ਲੰਘ ਜਾਂਦੇ ਇਸ ਸੰਸਾਰ ਸਮੁੰਦਰ ਤੋਂ। ਤੋ ਆਪਾਂ ਬਚਨ ਸ਼ੁਰੂ ਕੀਤਾ ਸੀ, ਜਮਕ ਥੋੜਾ ਰੁਕਣਾ, ਵਿਸ਼ਰਾਮ ਪੂਰਾ ਰੁਕਣਾ, ਇਹ ਜਿਹੜਾ ਹੈ ਉਹ ਸਮਝਣਾ। ਤੇ ਦੂਸਰਾ ਨਿਯਮ ਹੈ, ਕਈਆਂ ਥਾਵਾਂ ਤੇ ਚਾਲ ਦੇ ਨਾਲ ਵੀ ਵਿਸ਼ਰਾਮ ਲੱਗਦਾ ਹੈ, ਉੱਥੇ ਅਰਥਾਂ ਨੂੰ ਜਿਹੜਾ ਹੈ ਉਹ ਹਟਾ ਕੇ, ਫਿਰ ਭਾਵ ਇਹ ਨਹੀਂ ਮਤਲਬ ਹਟਾ ਕੇ ਵੀ ਅਰਥ ਨਹੀਂ ਕਰਨੇ, ਅਰਥ ਤਾਂ ਉਹਦੇ ਹੋ ਰਹੇ ਆ, ਪਰ ਉਹਦੇ ਵਿਸ਼ਰਾਮ ਜਿਹੜੇ ਆ ਨਾ ਉਹ ਚਾਲ ਨਾਲ ਲਾਉਣੇ ਪੈਂਦੇ ਆ। ਜਿਵੇਂ ਭਾਈ ਗੁਰਦਾਸ ਜੀ ਦੀ ਵਾਰ ਦੀ ਇੱਕ ਉਦਾਹਰਨ ਦਿੰਦਾ ਮੈਂ। ਭਾਈ ਗੁਰਦਾਸ ਜੀ ਕਹਿੰਦੇ ਆ ਨਾ, ਗੁਰੂ ਨਾਨਕ ਸਾਹਿਬ ਜੀ ਦਾ ਜਦੋਂ ਅਵਤਾਰ ਹੈ ਤੇ ਉਹ ਗੁਰੂ ਸਾਹਿਬ ਦਾ ਅਵਤਾਰ ਕਿਹੋ ਜਿਹਾ, ਉਹ ਭਾਈ ਸਾਹਿਬ ਜੀ ਨੇ ਜਿਹੜਾ ਹੈ ਲਿਖਿਆ ਕਿ ਸੂਰਜਵਤ ਗੁਰੂ ਨਾਨਕ ਸਾਹਿਬ ਜੀ ਦਾ ਅਵਤਾਰ ਹੋਇਆ। ਤੇ ਉਹ ਸ਼ਬਦ ਲਿਖੇ ਨਾ, ਜਿਉਂ ਕਰ ਸੂਰਜ ਨਿਕਲਿਆ, ਤਾਰੇ ਛਪੇ ਅੰਧੇਰ ਪਲੋਆ, ਇਹ ਭਾਈ ਸਾਹਿਬ ਜੀ ਨੇ ਕਿਹਾ। ਉੱਥੇ ਇੱਕ ਪੰਕਤੀ ਲਿਖਦੇ ਆ, ਸਿੰਘ ਬੁੱਕੇ ਮਿਰਗਾਵਲੀ, ਭੰਨੀ ਜਾਏ ਨਾ ਧੀਰ ਧਰੋਵਾ, ਇਹ ਚਾਲ ਨਾਲ ਵਿਸ਼ਰਾਮ ਹੈ। ਸਿੰਘ ਬੁੱਕੇ ਮਿਰਗਾਵਲੀ, ਇੱਥੇ ਵਿਸ਼ਰਾਮ ਲੱਗਦਾ ਪਿਆ, ਭੰਨੀ ਜਾਏ ਨਾ ਧੀਰ ਧਰੋਵਾ। ਪਰ ਜਦੋਂ ਆਪਾਂ ਹੱਥਾਂ ਨਾਲ ਵਿਸ਼ਰਾਮ ਲਾਉਂਦੇ ਆ, ਸਿੰਘ ਬੁੱਕੇ ਵਿਸ਼ਰਾਮ ਇੱਥੇ ਆਉਣਾ, ਫਿਰ ਮਿਰਗਾਵਲੀ ਭੰਨੀ ਜਾਏ, ਭੰਨੀ ਜਾਏ ਤਾਂ ਭਾਵ ਭੱਜੀ ਜਾਵੇ, ਹਿਰਨਾਂ ਦੀ ਡਾਰ ਜਿਹੜੀ ਭੱਜੀ ਜਾਂਦੀ ਹੈ, ਨਾ ਧੀਰ ਧਰੋਵਾ, ਧੀਰਜ ਨਹੀਂ ਧਾਰਦੇ। ਸਤਿਗੁਰੂ ਜੀ ਦਾ ਉਹ ਭਾਵੇਂ ਭਾਈ ਸਾਹਿਬ ਜੀ ਨੇ ਉਹ ਲਿਖਿਆ ਨਾ ਕਿ ਮਹਾਰਾਜ ਨੇ ਗਿਆਨ ਦੀ ਸ਼ਬਦ ਦੀ ਦਹਾੜ ਇਹੋ ਜਿਹੀ ਮਾਰੀ ਕਿ ਪਖੰਡਾ ਰੂਪੀ ਹਿਰਨ ਜਿਹੜੇ ਸੀ ਉਹ ਭੱਜ ਗਏ ਸਾਰੇ, ਧੀਰਜ ਨਹੀਂ ਧਾਰ ਸਕੇ। ਤੋ ਇੱਥੇ ਵਿਸ਼ਰਾਮ ਜਿਹੜਾ ਹੈ ਉਹ ਪੰਕਤੀ ਦਾ ਆਪਾਂ ਚਾਲ ਨਾਲ ਲਾਉਂਦੇ ਆ ਕਿ ਸਿੰਘ ਬੁੱਕੇ ਮਿਰਗਾਵਲੀ, ਜਦੋਂ ਸ਼ੇਰ ਬੁੱਕ ਦਾ ਭਾਵ ਦਹਾੜਦਾ ਤੇ ਹਿਰਨ, ਬਸ ਇੱਥੇ ਫਿਰ ਜਾ ਕੇ ਅਰਥਾਂ ਨਾਲ ਵਿਸ਼ਰਾਮ ਨਹੀਂ, ਇਹ ਚਾਲ ਦਾ ਵਿਸ਼ਰਾਮ ਹੈ। ਤੇ ਭੰਨੀ ਜਾਏ ਨਾ ਧੀਰ ਧਰੋਵਾ, ਇਹ ਮਤਲਬ ਤੁਸੀਂ ਤਕਰੀਬਨ ਸਮਝ ਗਏ ਹੋਵੋਗੇ ਇਸ ਗੱਲ ਨੂੰ। ਤੇ ਮੁੱਖ ਜਿਹੜਾ ਨਿਯਮ ਹੈ ਉਹ ਅਰਥਾਂ ਦੇ ਹਿਸਾਬ ਨਾਲ ਹੀ ਵਿਸ਼ਰਾਮ ਨੂੰ ਜਿਹੜੀ ਆ ਪਹਿਲ ਦੇਣੀ। ਤੇ ਜਿਵੇਂ ਸ੍ਰੀ ਆਨੰਦ ਸਾਹਿਬ ਦੇ ਵਿੱਚ ਹਰ ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ, ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਉੱਥੇ ਕਿਹਾ ਜਿਹੜਾ ਹੈ ਜੀਓ ਗੁਫਾ ਅੰਦਰ ਰੱਖ ਕੇ, ਕਿ ਜੀਵਨ ਆਤਮਾ ਨੂੰ ਮਾਤਾ ਦੀ ਉਦਰ ਰੂਪੀ ਗੁਫਾ ਦੇ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ। ਤੇ ਉੱਥੇ ਹਰ ਜੀਓ, ਉਹ ਜੀ ਸ਼ਬਦ ਵਾਹਿਗੁਰੂ ਜੀ ਵੱਲ ਨੂੰ ਨਹੀਂ ਹੈ, ਹਰ ਜੀਓ ਗੁਫਾ ਅੰਦਰ ਰੱਖ ਕੇ, ਜੀਓ ਜੀਵ ਨੂੰ, ਪਰ ਜਦੋਂ ਆਪਾਂ ਪੜ੍ਹਦੇ ਹਾਂ ਉਦੋਂ ਚਾਲ ਨਾਲ ਹੀ ਲਾਉਣਾ ਪੈਂਦਾ, ਹਰ ਜੀਓ ਗੁਫਾ ਅੰਦਰ ਰੱਖ ਕੇ। ਤੋ ਇਸ ਪ੍ਰਕਾਰ ਇਹ ਚਾਲ ਵਾਲੇ ਵਿਸ਼ਰਾਮ ਵੀ ਸਮਝਣੇ। ਤੇ ਬਿਨਾਂ ਸੰਥਿਆ ਕਰਨ ਤੋਂ, ਜਿਵੇਂ ਕੋਈ ਕਹਿੰਦਾ ਨਾ ਕਿ ਮੈਂ ਪੰਜਾਬੀ ਪੜ੍ਹ ਲੈਣਾ
ਅਖਬਾਰ ਪੜ੍ਹ ਲੈਣਾ ਤੇ ਮੈਨੂੰ ਕੀ ਜਿਹੜਾ ਹੈ ਕਠਨ ਹੈ ਮੈਂ ਬਾਣੀ ਵੀ ਪੜ੍ਹ ਸਕਦਾ, ਉਹ ਇਉਂ ਨਹੀਂ ਹੈ। ਬਾਣੀ ਦੇ ਪੜ੍ਹਨ ਦੀ ਸੰਥਿਆ ਜ਼ਰੂਰ ਪਰ ਜ਼ਰੂਰ ਕਰਨੀ ਪੈਂਦੀ ਹੈ, ਕਿਉਂਕਿ ਗੁਰਬਾਣੀ ਦੇ ਪੜ੍ਹਨ ਦੇ ਬੇਅੰਤ ਨਿਯਮ ਨੇ, ਬੇਅੰਤ ਭੇਦ ਨੇ, ਬੇਅੰਤ ਹੀ ਕੁੰਡੀਆਂ ਨੇ ਜਿਹੜੀਆਂ ਸਿੱਖਣੀਆਂ ਪੈਂਦੀਆਂ। ਨਿਯਮ ਦੇ ਮੁਤਾਬਕ ਮੁਹਾਰਨੀ ਪੜ੍ਹਨੀ ਪੈਂਦੀ ਹੈ, 35 ਅੱਖਰੀ ਸਿੱਖਣੀ ਪੈਂਦੀ ਹੈ, ਉਹਨਾਂ ਦਾ ਸ਼ੁੱਧ ਉਚਾਰਨ, ਲਗਾ ਮਾਤਰਾ ਦਾ ਸ਼ੁੱਧ ਉਚਾਰਨ, ਫਿਰ ਮੁਹਾਰਨੀ ਦੀਆਂ ਸਾਰੀਆਂ ਆਵਾਜ਼ਾਂ ਤੇ ਫਿਰ ਅੱਖਰਾਂ ਦਾ ਜਿਹੜਾ ਜੋੜ ਹੈ ਉਹ। ਤੇ ਫਿਰ ਜਦੋਂ ਬਾਣੀ ਪੜ੍ਹਦੇ ਆ ਤੇ ਬਾਣੀ ਵਿੱਚ ਜਿਵੇਂ ਜਿਵੇਂ ਨਿਯਮ ਲਾਗੂ ਹੁੰਦੇ ਆ, ਜੋ ਜੋ ਸੰਪਰਦਾਈ ਸੀਨੇ ਬਸੀਨੇ ਇਹ ਵਿਦਿਆ ਆ ਰਹੀ ਹੈ, ਉਹ ਕਿਉਂਕਿ ਸਾਰੀਆਂ ਚੀਜ਼ਾਂ ਲਿਖਤ 'ਚ ਨਹੀਂ ਆਉਂਦੀਆਂ, ਭਾਵੇਂ ਕਿ ਅੱਜ ਸਮਾਂ ਬੜਾ ਤਰੱਕੀ ਕਰ ਗਿਆ ਤੇ ਆਪਾਂ ਸੋਚਦੇ ਹਾਂ ਕਿ ਹਰੇਕ ਚੀਜ਼ ਜਿਹੜੀ ਆ ਉਹ ਲਿਖਤੀ ਰੂਪ 'ਚ ਸਾਨੂੰ ਮਿਲ ਸਕਦੀ ਹੈ। ਨੈੱਟ 'ਤੇ ਇਹੋ ਹੀ ਬੱਚਿਆਂ ਦਾ ਵੀ ਆਧਾਰ ਹੁੰਦਾ ਹੈ ਕਿ ਕੋਈ ਚੀਜ਼ ਨਹੀਂ ਪਤਾ ਤੇ ਉਹਦੀ ਨੈੱਟ 'ਤੇ ਸਰਚ ਮਾਰ ਲਓ, ਪਰ ਜੇ ਤੁਸੀਂ ਆਪਣਾ ਇਤਿਹਾਸ ਹੀ ਨੈੱਟ 'ਤੇ ਸਰਚ ਮਾਰੋਗੇ ਤੇ ਬਹੁਤ ਸਾਰਾ ਗਲਤ ਤੁਹਾਨੂੰ ਪ੍ਰਾਪਤ ਹੋਊਗਾ, ਸਹੀ ਨਹੀਂ ਪ੍ਰਾਪਤ ਹੋਣਾ। ਤੇ ਗੁਰੂ ਸਾਹਿਬ ਜੀ ਦੀ ਬਾਣੀ ਦੇ ਜਿਹੜੇ ਭੇਦ ਨੇ, ਇਹਨਾਂ ਦਾ ਜਿਹੜਾ ਬੋਧ ਹੈ ਉਹ ਸੰਥਿਆ ਕਰਕੇ ਹੀ ਜਿਹੜਾ ਉਹ ਫਿਰ ਪ੍ਰਾਪਤ ਹੋ ਸਕਦਾ। ਤੇ ਜੇ ਆਪਾਂ ਕਹੀਏ ਕਿ ਮੈਂ ਅੱਖਰ ਪੰਜਾਬੀ ਦੇ ਪੜ੍ਹ ਲੈਣਾ ਤੇ ਫਿਰ ਮੈਂ ਬਾਣੀ ਵੀ ਪੜ੍ਹ ਸਕਦਾ, ਅਸਲ 'ਚ ਪਾਦਸ਼ੇਦ ਹੁੰਦਾ ਕਿ ਵੱਖਰੇ ਵੱਖਰੇ ਸ਼ਬਦਾਂ ਦਾ ਜਿਹੜਾ ਹੈ ਵਖਰੇਵਾਂ ਕਰਨਾ। ਤੇ ਇਹ ਇਸ ਤਰ੍ਹਾਂ ਬਾਣੀ ਪਹਿਲੋਂ ਪੁਰਾਤਨ ਸਮੇਂ ਵਿੱਚ ਨਹੀਂ ਸੀ ਲਿਖੀ ਜਾਂਦੀ। 18ਵੀਂ ਸਦੀ ਦੇ ਜਿੰਨੇ ਵੀ ਗੁਰੂ ਸਾਹਿਬ ਜੀ ਦੇ ਬਾਣੀ ਦੇ ਸਰੂਪ ਆਪ ਵੇਖੋਗੇ ਜਾਂ ਪੋਥੀਆਂ ਸਾਹਿਬ, ਉਹ ਸਾਰੀਆਂ ਲੜੀਵਾਰ ਹੈ। ਤੇ ਲੜੀਵਾਰ ਇਸ ਤਰ੍ਹਾਂ ਸਮਝਦੇ ਅਖੰਡ ਰੂਪ, ਇੱਕ ਰਸ ਰੂਪ। ਤੇ ਉਦੋਂ ਭਾਵੇਂ ਜਦੋਂ ਇਹ ਹੋਇਆ ਸੀ ਯਤਨ, ਤੇ ਸੰਪਰਦਾਵਾਂ ਨੇ ਇਸ ਗੱਲ ਦੇ ਅੰਦਰ ਇਤਰਾਜ਼ ਜਤਾਇਆ ਸੀਗਾ ਕਿ ਗੁਰੂ ਸਾਹਿਬ ਦੇ ਪਾਦਸ਼ੇਦ ਸਰੂਪ ਜਿਹੜੇ ਉਹ ਨਾ ਛਾਪੋ, ਕਿਉਂਕਿ ਜਿਹੜਾ ਹੈ ਜਿਹਨੂੰ ਨਹੀਂ ਵੀ ਭੇਦ, ਉਹਨੂੰ ਵੀ ਫਿਰ ਬਾਣੀ ਪੜ੍ਹਨ ਦਾ ਜਦੋਂ ਯਤਨ ਕਰੇਗਾ ਤੇ ਉਹ ਸੁੱਧ ਨਹੀਂ ਪੜ੍ਹ ਸਕੇਗਾ। ਤੇ ਬਾਣੀ ਪੜ੍ਹਨ ਦਾ ਲਾਭ ਬਹੁਤ ਵੱਡਾ, ਬੜਾ ਵੱਡਾ ਲਾਭ, ਪਰ ਜੇ ਬਾਣੀ ਗਲਤ ਪੜ੍ਹੀਏ ਤੇ ਫਿਰ ਉਹਦਾ ਸਾਨੂੰ ਜਿਹੜਾ ਹੈ ਉਹ ਉਹਨਾਂ ਜਿਹੜਾ ਫਲ ਨਹੀਂ ਮਿਲਦਾ, ਤੇ ਨਰਾਦਰੀ ਕਰਨੇ ਕਰਕੇ ਫਿਰ ਉਹਦੀ ਜਿਹੜੀ ਆ ਹੁਣ ਸਜ਼ਾ ਵੀ ਲੱਗ ਸਕਦੀ ਹੈ। ਕਿਉਂਕਿ ਮਹਾਰਾਜ ਸਾਹਿਬ ਜੀ ਨੇ ਇਹ ਆਗਿਆ ਕਰਤੀ ਨਾ, ਗੁਰਮੁਖੀ ਅੱਖਰ ਜੋ ਹੈ ਭਾਈ, ਸਿੰਘ ਸਿੰਘ ਤੇ ਸਿੱਖੇ ਜਾਈ। ਇਹ ਵੀ ਆਗਿਆ ਕੀਤੀ ਕਿ ਜਿਹੜੇ ਗੁਰਮੁਖੀ ਅੱਖਰ ਵੈ ਉਹ ਅੰਮ੍ਰਿਤਧਾਰੀ ਸਿੰਘ ਕੋਲੋਂ ਹੀ ਸਿੱਖਣੇ। ਇਹ ਸਤਿਗੁਰੂ ਜੀ ਨੇ ਆਗਿਆ ਕੀਤੀ ਵਿਦਿਆ ਪੜ੍ਹਨੀ ਜਿਹੜੀ, ਕਿਉਂਕਿ ਜੇ ਕੋਈ ਕਹੇ ਕਿ ਮੈਂ ਹੋਰ ਵਿਦਿਆ ਪੜ੍ਹਨੀ ਹੈ ਤਾਂ ਮਹਾਰਾਜ ਸਾਹਿਬ ਜੀ ਨੇ ਉਹ ਵੀ ਵਿਦਿਆ ਜਿਹੜੀ ਆ ਨਾ, ਜਿਵੇਂ ਸ਼੍ਰੀ ਦਸਮ ਗ੍ਰੰਥ ਦੇ ਅੰਦਰ ਬਹੁਤ ਸਾਰੇ ਸਤਿਗੁਰਾਂ ਜੀ ਨੇ ਭਾਰਤ ਵਰਸ਼ ਦੇ ਜਿਹੜੇ ਗ੍ਰੰਥ ਸੀ ਉਹਨਾਂ ਦਾ ਭੇਦ ਮਹਾਰਾਜ ਸਾਹਿਬ ਜੀ ਨੇ ਖੋਲ ਕੇ ਲਿਖਿਆ। ਫਿਰ ਮਹਾਰਾਜ ਨੇ 5 ਸਿੱਖ ਜਿਹੜੇ ਸੀ ਆਪਣੇ ਕੋਲੋਂ ਸਿੰਘ ਕਾਂਸ਼ੀ ਭੇਜੇ ਸੀ ਪੜ੍ਹਨ ਵਾਸਤੇ, ਜਿੱਥੋਂ ਨਿਰਮਲ ਸੰਪਰਦਾ ਸ਼ੁਰੂ ਹੋਈ। ਤੇ ਉਹ ਵੀ ਸਾਰੀ ਜਿਹੜੀ ਕਾਂਸ਼ੀ ਦੀ ਵਿਦਿਆ ਸੀ, ਮਹਾਰਾਜ ਸੱਚੇ ਪਾਤਸ਼ਾਹ ਨੇ ਵੇਦਾਂ ਦੀ, ਪੁਰਾਣਾਂ ਦੀ, ਸ਼ਾਸਤਰਾਂ ਦੀ, ਉਹ ਵੀ ਸਤਿਗੁਰਾਂ ਜੀ ਨੇ ਸਾਰੀ ਆਪਣੇ ਘਰ ਵਿੱਚ ਲੈ ਆਂਦੀ, ਜਿੰਨਾ ਵਿਦਾਂਤ ਸੀਗਾ। ਤੇ ਉਹ ਸਾਰਾ ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਨੇ ਫਿਰ ਇਹ ਆਗਿਆ ਕੀਤੀ ਕਿ ਭਾਈ ਜਿਹੜਾ ਵੀ, ਕਿਉਂਕਿ ਜਿਹੜਾ ਅੰਮ੍ਰਿਤਧਾਰੀ ਨਹੀਂ, ਗੁਰੂ ਸਾਹਿਬ ਤੇ ਨਿਸ਼ਚਾ ਨਹੀਂ, ਹੋਰ ਮਤ ਦਾ ਹੈ ਤੇ ਹੋਰ ਵਿਦਿਆ ਪੜ੍ਹੀ ਹੋਈ ਹੈ ਭਾਵੇਂ, ਪਰ ਜੇ ਉਹਦੇ ਕੋਲੋਂ ਕੋਈ ਵਿਦਿਆ ਪੜ੍ਹੇਗਾ ਤੇ ਹੋ ਸਕਦਾ ਉਹਦਾ ਨਿਸ਼ਚਾ ਡੁਲਾ ਦੇਵੇ। ਇਹ ਅਸੀਂ ਵਾਕਿਆ ਕਈ ਵੇਖੇ ਆ, ਤਾਂ ਕਰਕੇ ਕਿਉਂਕਿ ਇੱਕ ਬੀਬੀ ਜੀ ਲੜਕੀ ਮਤਲਬ ਵੀ ਅੰਮ੍ਰਿਤਧਾਰੀ ਸੀਗੇ, ਤੇ ਉਹ ਕੋਈ ਸਵਾਮੀ ਜੀ ਗੁਰਮੁਖ ਸੀਗੇ ਭਾਵੇਂ, ਤੇ ਪਰ ਜਿੱਦਾਂ ਉਹਨਾਂ ਅੰਮ੍ਰਿਤ ਨਹੀਂ ਛਕਿਆ ਤੇ ਵਿਦਾਂਤ ਜਿੱਦਾਂ ਪੜ੍ਹਦੇ ਸੀਗੇ, ਤੇ ਉਹ ਹੁਣ ਸੇਧ ਨਾ ਪੂਰੀ ਹੋਣ ਕਰਕੇ ਗੁਰਮਤ ਦੀ, ਤੇ ਉਹਨਾਂ ਫਿਰ ਕਕਾਰ ਲਾ ਦਿੱਤੇ ਕਿ ਜਦੋਂ ਬ੍ਰਹਮ ਰੂਪ ਹੋ ਜਾਈਏ। ਤੇ ਪਰ ਗੁਰਮਤ ਦੀ ਜਿਹੜੀ ਸੇਧ ਹੈ, ਹੁਣ ਕੀ ਬਾਬਾ ਬੁੱਢਾ ਸਾਹਿਬ ਜੀ ਬ੍ਰਹਮ ਗਿਆਨੀ ਨਹੀਂ ਸੀ, ਪਰ ਫਿਰ ਵੀ ਸਤਿਗੁਰੂ ਜੀ ਦੇ ਵੇਖੋ ਕਿੰਨਾ ਪਿਆਰ ਨਾਲ ਸਿੱਖੀ ਕਮਾਈ ਹੈ। ਫਿਰ ਜੇ ਆਪਾਂ ਕਕਾਰਾਂ ਦੀ ਬਾਬਤ ਹੀ ਕਹੀਏ ਤੇ ਭਾਈ ਦਇਆ ਸਿੰਘ ਸਾਹਿਬ ਜੀ ਬ੍ਰਹਮ ਗਿਆਨੀ ਹੈ, 5 ਪਿਆਰੇ ਸਾਹਿਬ ਬ੍ਰਹਮ ਗਿਆਨੀ ਹੈ। ਇਹਦੇ ਤੇ ਜ਼ਿਕਰ ਆਇਆ ਉਹਦਾ ਜਦੋਂ ਮਹਾਰਾਜ ਨੇ ਭਾਈ ਦਿਆਲ ਦਾਸ ਦੇ ਉੱਤੇ ਕਿਰਪਾ ਕੀਤੀ ਨਾ, ਅੰਮ੍ਰਿਤ ਬਖਸ਼ਿਸ਼ ਕੀਤਾ ਸੀ ਸੱਚੇ ਪਾਤਸ਼ਾਹ ਜੀ ਨੇ, ਤੇ ਉਦੋਂ ਭਾਈ ਦਿਆਲ ਦਾਸ ਜੀ ਨੂੰ ਇਹ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਤੋਂ ਬਖਸ਼ਿਸ਼ਾਂ ਵਾਲੀ ਵੰਸ਼ ਹੈ। ਭਾਈ ਦਿਆਲ ਦਾਸ ਜੀ ਭਾਈ ਭਗਤੂ ਜੀ ਦੀ ਵੰਸ਼ ਵਿੱਚੋਂ ਹੋਏ ਆ। ਤੇ
ਉਹਨਾਂ ਨੂੰ ਉਸੇ ਵੇਲੇ ਬ੍ਰਹਮ ਗਿਆਨ ਹੋ ਗਿਆ ਸੀ। ਤੇ ਫਿਰ ਭਾਈ ਦਿਆਲ ਸਿੰਘ ਜੀ ਨੇ ਕਿਹਾ ਸੀ, ਮਹਾਰਾਜ ਮੈਨੂੰ ਕਿਰਪਾਨ ਹੁਣ ਧਾਰਨ ਦੀ ਕੀ ਲੋੜ ਹੈ, ਕਿਉਂਕਿ ਸਾਰੇ ਸਿੱਖਿਆਦਾਇਕ ਬਚਨ ਫਿਰ ਸਾਡੇ ਲਈ, ਕਿਉਂਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਿੱਖਿਆ ਮਿਲੇ। ਜਦੋਂ ਬ੍ਰਹਮ ਰੂਪ ਹੀ ਹੋ ਗਏ, ਕਿਉਂਕਿ ਮੰਜ਼ਿਲ ਤੇ ਪਹੁੰਚ ਹੀ ਗਏ, ਤੇ ਫਿਰ ਤੁਰਨਾ ਜ਼ਰੂਰੀ ਹੈ। ਫਿਰ ਨਾ ਤੁਰਨਾ ਪੈਂਦਾ ਜਦੋਂ ਮੰਜ਼ਿਲ ਤੇ ਪਹੁੰਚ ਜਾਈਏ। ਤੇ ਹੈ ਭਾਵੇਂ ਸਹੀ ਇਹੀ ਹੈ, ਪਰ ਗੁਰੂ ਨਾਨਕ ਸਾਹਿਬ ਦੀ ਸਿੱਖੀ ਦਾ ਰਾਹ ਇਹ ਹੈ ਕਿ ਹੁਣ ਤੁਸੀਂ ਆਪਣੇ ਆਪ ਵਾਸਤੇ ਨਹੀਂ, ਹੁਣ ਸੰਸਾਰ ਨੂੰ ਰਾਹ ਦਿਖਾਉਣ ਵਾਸਤੇ ਤੁਰਨਾ। ਜਿਵੇਂ ਬਾਬਾ ਬੁੱਢਾ ਸਾਹਿਬ ਜੀ ਇਸ਼ਨਾਨ ਕਰਨਾ ਛੱਡਤਾ ਸੀ ਨਾ, ਤੇ ਸਿੱਖਾਂ ਨੇ ਮਹਾਰਾਜ ਦੇ ਕੋਲ ਫਿਰ ਬੇਨਤੀ ਕੀਤੀ ਕਿ ਬਾਬਾ ਬੁੱਢਾ ਸਾਹਿਬ ਇਸ਼ਨਾਨ ਨਹੀਂ ਕਰਦੇ। ਤੇ ਗੁਰੂ ਸਾਹਿਬ ਨੇ ਫਿਰ ਬਾਬਾ ਬੁੱਢਾ ਸਾਹਿਬ ਨੂੰ ਪੁੱਛਿਆ ਸੀ, ਬਾਬਾ ਬੁੱਢਾ ਜੀ ਤੁਸੀਂ ਇਸ਼ਨਾਨ ਨਹੀਂ ਕਰਦੇ? ਤੇ ਮਹਾਰਾਜ ਸਾਹਿਬ ਜੀ ਨੂੰ ਫਿਰ ਬਾਬਾ ਬੁੱਢਾ ਸਾਹਿਬ ਨੇ ਆਖਿਆ, ਮਹਾਰਾਜ ਇਹ ਸਾਧਨ ਹੁਣ ਮੈਨੂੰ ਕੀ ਲੋੜ ਰਹਿ ਗਈ ਹੈ। ਫਿਰ ਗੁਰੂ ਸਾਹਿਬ ਨੇ ਬੇਨਤੀ ਕੀਤੀ ਸੀ, ਬਾਬਾ ਬੁੱਢਾ ਸਾਹਿਬ ਆਪ ਗੁਰੂ ਨਾਨਕ ਸਾਹਿਬ ਤੋਂ ਵਰਸੋਏ ਹੋ, ਤੇ ਭਾਵੇਂ ਕਿ ਤੁਹਾਨੂੰ ਇਹਨਾਂ ਸਾਰੇ ਸਾਧਨਾਂ ਦੀ ਲੋੜ ਨਹੀਂ, ਬਿਨਾਂ ਇਸ਼ਨਾਨ ਤੋਂ ਤੁਸੀਂ ਇੰਨੇ ਸ਼ੁੱਧ ਹੋ, ਪਵਿੱਤਰ ਹੋ, ਤੁਸੀਂ ਤਾਂ ਅਸ਼ੁੱਧ ਜਲ ਨੂੰ ਪਵਿੱਤਰ ਕਰ ਦੇਣ ਵਾਲੇ ਹੋ, ਇੰਨੀ ਸ਼ੁੱਧ ਆਤਮਾ ਹੋ ਤੁਸੀਂ। ਪਰ ਬਾਬਾ ਬੁੱਢਾ ਸਾਹਿਬ ਜੀ ਗੁਰੂ ਨਾਨਕ ਸਾਹਿਬ ਦੀ ਸਿੱਖੀ ਦਾ ਸਿਧਾਂਤ ਜਿਹੜਾ ਨਾ ਸਿੱਖ ਤੁਹਾਡੇ ਤੋਂ ਸਿੱਖਣਗੇ। ਇਸ ਕਰਕੇ ਤੁਸੀਂ ਆਪਣੇ ਲਈ ਨਹੀਂ ਜੀਣਾ, ਤੁਸੀਂ ਸੰਸਾਰ ਲਈ ਜੀਣਾ ਹੈ। ਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਜਿਹੜਾ ਖਾਲਸਾ ਸਾਜਿਆ ਨਾ, ਉਹਦੀ ਬਾਬਤ ਕਿਹਾ, ਭਰਮ ਭੇਖ ਤੇ ਰਹਿ ਨਿਆਰਾ, ਸੋਈ ਖਾਲਸਾ ਸਤਿਗੁਰੂ ਹਮਾਰਾ। ਭਾਈ ਦਿਆਲ ਸਿੰਘ ਜੀ ਨੂੰ ਮਹਾਰਾਜ ਨੇ ਆਖਿਆ, ਭਾਈ ਦਿਆਲ ਸਿੰਘ ਵੇਖ, ਤੇਰੇ ਕੋਲ ਇਹ ਗਿਆਨ ਦੀ ਸ਼ਕਤੀ ਜਿਹੜੀ ਤੈਨੂੰ ਪ੍ਰਾਪਤ ਹੋਈ ਹੈ, ਤੇ ਤੈਨੂੰ ਲੱਗ ਰਿਹਾ ਕਿ ਕਿਰਪਾਨ ਪਾਉਣੀ ਜਿਹੜੀ ਆ ਉਹ ਮੈਨੂੰ ਲੋੜ ਨਹੀਂ। ਮਹਾਰਾਜ ਕਹਿੰਦੇ ਵੀ ਅਸੀਂ ਸ਼ਕਤੀ ਦਾ ਸਮੁੰਦਰ ਸਾਂਭੀ ਬੈਠੇ ਆ, ਤੇ ਫਿਰ ਵੀ ਕਿਰਪਾਨ ਪਾਈ ਆ ਨਾ, ਕੰਘਾ ਸਾਡੇ ਕੋਲ ਹੈ ਨਾ, ਕਛਹਿਰਾ ਪਹਿਨੇ ਆ ਨਾ। ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਜੇ ਅਸੀਂ ਧਾਰਨ ਕੀਤੀ ਹੈ, ਤੇ ਫਿਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨਾਲੋਂ ਤੇ ਕੋਈ ਉੱਚੀ ਅਵਸਥਾ ਵਾਲਾ ਨਹੀਂ ਨਾ ਕੋਈ ਕਹੇ ਕਿ ਮੈਂ ਵਿਦਾਂਤ ਪੜ੍ਹਿਆ ਤੇ ਵਿਦਾਂਤ ਇਹ ਗੱਲ ਕਹਿੰਦਾ ਤੇ ਵੀ ਸਭ ਬ੍ਰਹਮ ਹੈ। ਤੇ ਇਸ ਗੱਲ ਨੂੰ ਪੜ੍ਹ ਲੈਣਾ, ਇਸ ਗੱਲ ਨੂੰ ਮਾਣ ਲੈਣਾ ਵੱਖਰਾ ਹੈ। ਤੇ ਇਸ ਕਰਕੇ ਬਾਣੀ ਦੇ ਜਿਹੜੇ ਸਿਧਾਂਤ ਹਨ ਨਾ, ਉਹਨਾਂ ਨੂੰ ਪੂਰੀ ਤਨਦੇਹੀ ਨਾਲ, ਮਨ ਦੀ ਪ੍ਰੀਤ ਨਾਲ ਸਮਝ ਕੇ ਤੇ ਉਹਨਾਂ ਅਨੁਸਾਰ ਆਪਣੇ ਜੀਵਨ ਨੂੰ ਢਾਲਣਾ ਚਾਹੀਦਾ। ਤੇ ਇਸੇ ਕਰਕੇ ਮਹਾਰਾਜ ਜੀ ਨੇ ਆਗਿਆ ਕੀਤੀ ਵੀ ਜਿਹੜੇ ਗੁਰਮੁਖੀ ਅੱਖਰ ਵੈ ਉਹ ਅੰਮ੍ਰਿਤਧਾਰੀ ਸਿੰਘ ਕੋਲੋਂ ਰਹਿਤ ਬਹਿਤ ਵਿੱਚ ਪਰਪੱਕ ਹੋਵੇ, ਉਹਦੇ ਕੋਲੋਂ ਹੀ ਸਿੱਖਣੇ ਚਾਹੀਦੇ ਆ। ਤੇ ਉੱਦਾਂ ਤਾਂ ਗੁਣ ਧਾਰਨ ਕਰਨਾ, ਕਿਤੋਂ ਵੀ ਗੁਣ ਮਿਲੇ ਮਾੜਾ ਨਹੀਂ, ਪਰ ਸਤਿਗੁਰੂ ਜੀ ਨੇ ਇਹ ਨਿਯਮ ਤਾਂ ਬਣਾਏ ਕਿਉਂਕਿ ਵਿਦਿਆ ਤੁਸੀਂ ਪੜ੍ਹੋਗੇ, ਤੇ ਵਿਦਿਆ ਪੜ੍ਹਨ ਨਾਲ ਤੁਹਾਡਾ ਅਕੀਦਾ ਉਹਨਾਂ ਤੇ ਬਣੇਗਾ। ਫਿਰ ਅਕੀਦਾ ਬਣੇਗਾ, ਤੁਸੀਂ ਇਹ ਸੋਚਣਾ ਕਿ ਜੇ ਇਹਨਾਂ ਨੇ ਅੰਮ੍ਰਿਤ ਨਹੀਂ ਛਕਿਆ ਤਾਂ ਮੈਨੂੰ ਅੰਮ੍ਰਿਤ ਛਕਣ ਦੀ ਕੀ ਲੋੜ ਹੈ। ਤੇ ਜਦੋਂ ਇਹ ਗੁਰੂ ਸਾਹਿਬ ਦੇ ਮੁੱਢਲੇ ਸਿਧਾਂਤ ਤੋਂ ਹੀ ਸਾਡਾ ਅਕੀਦਾ ਟੁੱਟ ਗਿਆ। ਗੁਰੂ ਸਾਹਿਬ ਨੇ ਕਿਹਾ ਨਾ, ਪ੍ਰਥਮ ਰਹਿਤ ਜਹ ਜਾਨ, ਖੰਡੇ ਕੀ ਪਾਹੁਲ ਛਕੇ। ਖੰਡੇ ਬਾਟੇ ਦਾ ਅੰਮ੍ਰਿਤ ਛਕੇ, ਇਹ ਪਹਿਲੀ ਰਹਿਤ ਸੱਚੇ ਪਾਤਸ਼ਾਹ ਜੀ ਮਹਾਰਾਜ ਆਖੀ। ਤੋ ਰੋ ਵਿਚਾਰ ਅੱਜ ਥੋੜਾ ਜਿਹਾ ਵਿਸਥਾਰ ਮੈਂ ਕੀਤਾ ਜ਼ਿਆਦਾ, ਤੇ ਆਪਣੇ ਵੱਸ ਨਹੀਂ ਹੁੰਦਾ। ਜਿਵੇਂ ਜਿਵੇਂ ਮਹਾਰਾਜ ਸਾਹਿਬ ਜੀ ਨੇ ਪ੍ਰੇਰਿਆ, ਤਾਂ ਆਪਾਂ ਪੌੜੀ ਦੀ ਪ੍ਰਾਰੰਭਤਾ ਕਰੀਏ। ਸੱਚੇ ਪਾਤਸ਼ਾਹ ਜੀ ਮਹਾਰਾਜ ਚੌਥੀ ਪੌੜੀ ਹਜ਼ੂਰ ਨੇ ਆਰੰਭ ਕੀਤੀ ਹੈ। ਤੇ ਸਿੱਧਾ ਨੇ ਪ੍ਰਸ਼ਨ ਕੀਤਾ ਮਹਾਰਾਜ ਸਾਹਿਬ ਜੀ ਦੇ ਕੋਲ, ਕਹਿੰਦੇ ਸਤਿਗੁਰੂ ਜੀ, ਜਿਵੇਂ ਦੁਨੀਆ ਦੇ ਬਾਦਸ਼ਾਹ ਹੋਏ ਆ, ਰਘੂ ਜਿਹੜਾ ਹੈ ਰਾਜਾ ਹੋਇਆ, ਪ੍ਰਿਥੂ ਰਾਜਾ ਹੋਇਆ, ਮਾਨਧਾਤਾ ਰਾਜਾ ਹੋਇਆ, ਦਲੀਪ ਰਾਜਾ ਹੋਇਆ, ਇਹ ਮਹਾਰਾਜ ਇਹੋ ਜਿਹੇ ਹੋਰ ਵੀ ਕਈ ਰਾਜੇ ਹੋਏ। ਤੇ ਕਹਿੰਦੇ ਕਿ ਪਰਮੇਸ਼ਰ ਵੀ ਕਿਸੇ ਕਮੇ ਆਪਣੇ ਸਮੇਂ ਵਿੱਚ ਪਾਤਸ਼ਾਹ ਰਿਹਾ ਹੋਊਗਾ ਇਸ ਧਰਤੀ ਦੇ ਉੱਤੇ। ਤੇ ਜਿਵੇਂ ਫਿਰ ਦੁਨੀਆ ਦੇ ਬਾਦਸ਼ਾਹ ਮਰਦੇ ਆ ਤੇ ਉਹਨਾਂ ਦਾ ਨਾਮ ਵੀ ਉਹਨਾਂ ਦੇ ਨਾਲ ਹੀ ਖਤਮ ਹੋ ਜਾਂਦਾ ਹੈ। ਤੇ ਮਹਾਰਾਜ ਇਵੇਂ ਪਰਮੇਸ਼ਰ ਵੀ ਕੋਈ ਬਾਦਸ਼ਾਹ ਹੈ ਤੇ ਉਹਦਾ ਵੀ ਉਹਦੇ ਸਮੇਂ 'ਚ ਹੀ ਨਾ ਹੋਊਗਾ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਫਿਰ ਇਹ ਉੱਤਰ ਦਿੱਤਾ, ਸਾਚਾ ਸਾਹਿਬ। ਮਹਾਰਾਜ ਕਹਿੰਦੇ ਉਹ ਸਾਹਿਬ ਜੋ ਮਾਲਕ ਹੈ ਨਾ, ਪਰਮੇਸ਼ਰ, ਉਹ ਸਦਾ ਰਹਿਣ ਵਾਲਾ ਹੈ। ਜਿਵੇਂ ਮਹਾਰਾਜ ਜੀ ਨੇ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ, ਇਹ ਸ਼ਬਦ ਕਹੇ। ਮਹਾਰਾਜ ਨੇ ਕਿਹਾ ਕਾਇਮ ਦਾਇਮ ਸਦਾ ਪਾਤਸ਼ਾਹੀ, ਉਹਦੀ ਜਿਹੜੀ ਪਾਤਸ਼ਾਹੀ ਹੈ ਨਾ, ਸਤਿਗੁਰੂ ਜੀ ਕਹਿੰਦੇ ਸਦਾ ਕਾਇਮ ਰਹਿਣ ਵਾਲੀ ਹੈ। ਉਹ ਸਾਹਿਬ ਜੋ ਮਾਲਕ ਹੈ ਨਾ, ਉਹ ਸੱਚਾ ਹੈ, ਸਦਾ ਰਹਿਣ ਵਾਲਾ ਹੈ। ਤੇ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਉਹਦਾ ਜਿਹੜਾ ਨਾਮ ਹੈ ਉਹ ਵੀ, ਸਤਿਗੁਰੂ ਜੀ ਕਹਿੰਦੇ ਇਹ ਨਹੀਂ ਕਿ ਦੁਨੀਆ ਦੇ ਜਿਹੜੇ ਝੂਠੇ ਬਾਦਸ਼ਾਹ ਜਦੋਂ ਚੜ੍ਹਾਈ ਕਰਦੇ ਤੇ ਉਹਨਾਂ ਦਾ
ਨਾਲ ਹੀ ਨਾਮ ਖਤਮ ਹੋ ਜਾਂਦਾ ਨਾ। ਸਤਿਗੁਰੂ ਜੀ ਕਹਿੰਦੇ ਨਹੀਂ, ਪਰਮੇਸ਼ਰ ਦਾ ਨਾਮ ਵੀ ਸੱਚਾ ਹੈ, ਤਿੰਨਾਂ ਕਾਲਾਂ ਵਿੱਚ ਰਹਿਣ ਵਾਲਾ ਹੈ। ਜਿਹੜੇ ਹੋਰ ਸੰਸਾਰ ਦੇ ਪਾਤਸ਼ਾਹ, ਨਾਨਕ ਹੋਰ ਪਾਤਸ਼ਾਹੀਆਂ ਕੂੜੀਆਂ, ਨਾਮ ਰਤੇ ਪਾਤਸ਼ਾਹ। ਜਿਹੜੇ ਨਾਮ ਨਾਲ ਰਤੇ ਜਾਂਦੇ ਆ, ਜਿਵੇਂ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਫਰਮਾਨ ਕੀਤਾ ਕਿ ਜਿਸਨੂੰ ਬਖਸ਼ੇ ਸਿਫਤ ਸਾਲਾਹ, ਨਾਨਕ ਪਾਤਸ਼ਾਹੀ ਪਾਤਸ਼ਾਹ। ਉਹ ਪਾਤਸ਼ਾਹਾਂ ਦੇ ਪਾਤਸ਼ਾਹ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਜਿਹੜੇ ਭਾਈ ਨਾਮ ਨੂੰ ਜਪਦੇ ਆ, ਪਰਮੇਸ਼ਰ ਦੇ ਨਾਮ ਨੂੰ ਜਪਣ ਵਾਲੇ ਵੀ ਸਦਾ ਅਮਰ ਹੋ ਜਾਂਦੇ ਆ। ਉਹ ਸਾਹਿਬ ਜੋ ਮਾਲਕ ਹੈ ਨਾ, ਪਾਤਸ਼ਾਹ, ਉਹ ਸੱਚਾ ਹੈ। ਉਹਦਾ ਨਾਮ ਵੀ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਸਦਾ ਰਹਿਣ ਵਾਲਾ ਤੇ ਸੱਚਾ ਨਾਮ ਹੈ। ਜਿਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਉਹ ਸੱਚੇ ਪਾਤਸ਼ਾਹ ਵਾਲੀ ਸਾਖੀ ਆਉਂਦੀ ਹੈ ਨਾ, ਸੁਣੀ ਹੋਊਗੀ ਤੁਸੀਂ, ਮੈਂ ਵਿਸਥਾਰ ਨਹੀਂ ਕਰਨਾ। ਤੇ ਉਹ ਜਿਹੜਾ ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਆਗਰੇ ਗਏ ਆ ਸੱਚੇ ਪਾਤਸ਼ਾਹ ਜੀ, ਤੇ ਕਾਹੀ ਸਿੱਖ ਸੀਗਾ, ਤੇ ਉਹਨੇ ਮਹਾਰਾਜ ਦਾ ਆਉਣਾ ਸੁਣਿਆ। ਤੇ ਜਦੋਂ ਮਹਾਰਾਜ ਸਾਹਿਬ ਜੀ ਦਾ ਆਉਣਾ ਸੁਣਿਆ ਤੇ ਉਹਨੇ ਮਨ ਦੇ ਅੰਦਰ ਖਿਆਲ ਕੀਤੀ ਵੀ ਜਿਨ੍ਹਾਂ ਦੇ ਦਰਸ਼ਨਾਂ ਨੂੰ ਇੰਨੀ ਦੂਰ ਅੰਮ੍ਰਿਤਸਰ ਸਾਹਿਬ ਨੂੰ ਜਾਂਦੀਆਂ ਸੰਗਤਾਂ, ਤੇ ਮਨਾ ਤੇਰੇ ਭਾਗ ਜਾਗੇ, ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਇੱਥੇ ਆਏ ਆ ਤੇ ਦਰਸ਼ਨ ਕਰਕੇ ਮਹਾਰਾਜ ਸਾਹਿਬ ਜੀ ਤੋਂ ਖੁਸ਼ੀਆਂ ਲਵਾਂ। ਉਹਨੇ ਫਿਰ ਘਾਹ ਦੀ ਪੰਡ ਵੇਚ ਕੇ ਤੇ ਇੱਕ ਟਕਾ ਪ੍ਰਾਪਤ ਕੀਤਾ। ਤੇ ਜਦੋਂ ਮਹਾਰਾਜ ਸਾਹਿਬ ਜੀ ਦੀ ਬਾਬਤ ਪੁੱਛਦਾ ਗਿਆ ਤੇ ਸਿਪਾਹੀਆਂ ਨੂੰ ਪੁੱਛ ਲਿਆ ਉਹਨੇ, ਜਹਾਂਗੀਰ ਦੇ ਸਿਪਾਹੀਆਂ ਨੂੰ, ਤੇ ਕਿ ਸੱਚੇ ਪਾਤਸ਼ਾਹ ਦਾ ਆਸਣ ਕਿੱਥੇ ਆ। ਤੇ ਉਹਨਾਂ ਸੋਚਿਆ ਕਿ ਜਿਹੜਾ ਜਹਾਂਗੀਰ ਤੋਂ ਬਿਨਾਂ ਅੱਜ ਸੱਚਾ ਪਾਤਸ਼ਾਹ ਹੋਰ ਕੌਣ ਹੋ ਸਕਦਾ। ਉਹਨਾਂ ਫਿਰ ਜਹਾਂਗੀਰ ਦੇ ਤੰਬੂ ਵੱਲ ਇਸ਼ਾਰਾ ਕਰਤਾ। ਤੇ ਜਦੋਂ ਜਹਾਂਗੀਰ ਦੇ ਅੱਗੇ ਉਹਨੇ ਜਾ ਕਰਕੇ ਸਿੱਖ ਨੇ ਮੱਥਾ ਟੇਕਿਆ ਆਪਣਾ ਟਕਾ ਰੱਖ ਕੇ, ਤੇ ਜਹਾਂਗੀਰ ਨੇ ਤੇ ਸਮੇਂ ਉਹ ਸਿੱਖ ਨੂੰ ਵੇਖ ਕਰਕੇ ਪਛਾਣ ਲਿਆ ਕਿ ਇਹ ਗੁਰੂ ਸਾਹਿਬ ਦੇ ਭੁਲੇਖੇ ਮੈਨੂੰ ਮੱਥਾ ਟੇਕ ਰਿਹਾ। ਤੇ ਜਹਾਂਗੀਰ ਨੇ ਪੁੱਛਿਆ ਵੀ ਤੈਨੂੰ ਕੀ ਚਾਹੀਦਾ। ਕਹਿੰਦਾ ਮਹਾਰਾਜ ਸਾਹਿਬ ਜੀ, ਜਾਣ ਕੇ ਉਹਨੇ ਕਿਹਾ ਸਿੱਖ ਨੇ, ਕਾਈ ਸਿੱਖ ਨੇ, ਕਹਿੰਦਾ ਮੇਰੀ ਉਮਰ ਲੰਘ ਗਈ ਹੈ ਮਹਾਰਾਜ, ਤੇ ਮੈਨੂੰ ਹੁਣ ਇਹ ਕਿਰਪਾ ਕਰਿਓ ਕਿ ਪ੍ਰਲੋਕ ਜਮਾਂ ਦੀ ਮਾਰ ਨਾ ਖਾਣੀ ਪਵੇ। ਜਹਾਂਗੀਰ ਨੇ ਕਿਹਾ ਕਿ ਤੈਨੂੰ ਜੇ ਕੋਈ ਜਗੀਰ ਚਾਹੀਦੀ ਹੈ, ਜੇ ਕਿਸੇ ਥਾਂ ਦਾ ਤੈਨੂੰ ਨਵਾਬੀ ਚਾਹੀਦੀ ਹੈ, ਜਾਂ ਕੋਈ ਹੋਰ ਮਾਇਆ ਤੇ ਜਵਾਹਰਾਤ ਚਾਹੀਦੇ ਉਹ ਮੈਂ ਦੇ ਸਕਦਾ। ਉਹ ਸਿੱਖ ਕਹਿੰਦਾ ਵੀ ਤੁਸੀਂ ਕੌਣ ਹੋ। ਕਹਿੰਦਾ ਮੈਂ ਜਹਾਂਗੀਰ, ਹਿੰਦੁਸਤਾਨ ਦਾ ਬਾਦਸ਼ਾਹ। ਸਿੱਖ ਨੇ ਆਪਣਾ ਟਕਾ ਚੁੱਕ ਲਿਆ ਤੇ ਉੱਥੋਂ ਉੱਠ ਕੇ ਚੱਲ ਪਿਆ। ਭਾਵ ਜਿੰਨਾ ਕੁਝ ਜਹਾਂਗੀਰ ਦੇ ਰਿਹਾ ਸੀ ਉਹ ਸਿੱਖ ਨੇ ਪ੍ਰਵਾਨ ਨਹੀਂ ਕੀਤਾ ਤੇ ਉੱਠ ਕੇ ਚੱਲ ਪਿਆ। ਜਹਾਂਗੀਰ ਨੂੰ ਵੀ ਪਤਾ ਲੱਗ ਗਿਆ ਕਿ ਇਹ ਮਹਾਰਾਜ ਦੇ ਭੁਲੇਖੇ ਮੈਨੂੰ ਮੱਥਾ ਟੇਕਿਆ ਨੇ। ਤੇ ਪਿੱਛੇ ਪਿੱਛੇ ਜਹਾਂਗੀਰ ਵੀ ਤੁਰ ਪਿਆ ਵੇਖਣ ਨੂੰ ਕਿ ਇਹਦੇ ਪ੍ਰਸ਼ਨ ਦਾ ਮਹਾਰਾਜ ਕੀ ਉੱਤਰ ਦਿੰਦੇ ਆ। ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜਦੋਂ ਦਰਸ਼ਨ ਕੀਤਾ ਤੇ ਦਰਸ਼ਨ ਵੇਖ ਕੇ ਸਿੱਖ ਦਾ ਚਿੱਤ ਸ਼ਾਂਤ ਹੋ ਗਿਆ। ਸੱਚੇ ਸਾਹਿਬ ਦਾ ਜਦੋਂ ਦਰਸ਼ਨ ਕੀਤਾ, ਦੁਨਿਆਵੀ ਬਾਦਸ਼ਾਹ ਤੇ ਸੱਚੇ ਪਾਤਸ਼ਾਹ ਦਾ ਕੀ ਫਰਕ ਵਾ। ਮਹਾਰਾਜ ਸੱਚੇ ਪਾਤਸ਼ਾਹ ਆਪ ਨਿਰੰਕਾਰ ਸਰੂਪ ਗੁਰੂ ਨਾਨਕ ਸਾਹਿਬ ਜੀ ਦਾ 6ਵਾਂ ਸਰੂਪ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ, ਜਦੋਂ ਸਿੱਖ ਨੇ ਮੱਥਾ ਟੇਕਿਆ ਮਹਾਰਾਜ ਦੇ ਚਰਨਾਂ ਤੇ ਟਕਾ ਅੱਗੇ ਰੱਖ ਦਿੱਤਾ, ਮਹਾਰਾਜ ਸਾਹਿਬ ਜੀ ਨੇ ਸਿੱਖ ਨੂੰ ਜਦੋਂ ਕਿਰਪਾ ਦ੍ਰਿਸ਼ਟੀ ਨਾਲ ਦੇਖਦਿਆਂ ਪੁੱਛਿਆ ਕਿ ਸਿੱਖਾ ਤੇਰੀ ਕੀ ਇੱਛਾ ਹੈ। ਉਹ ਆਖਿਆ ਮਹਾਰਾਜ ਮੇਰਾ ਜੀਵਨ ਤਾਂ ਮਹਾਰਾਜ ਜੀ ਗੁਜ਼ਰ ਗਿਆ ਤੇ ਮੈਨੂੰ ਪ੍ਰਲੋਕ ਵਿੱਚ ਜਮਾਂ ਦੀ ਮਾਰ ਨਾ ਖਾਣੀ ਪਵੇ। ਮਹਾਰਾਜ ਸਾਹਿਬ ਜੀ ਇਹ ਮੇਰੇ ਤੇ ਕਿਰਪਾ ਕਰੋ। ਤੇ ਸਤਿਗੁਰੂ ਜੀ ਨੇ ਕਿਹਾ ਚੰਗਾ ਸਿੱਖਾ, ਤੇਰਾ ਲੋਕ ਵੀ ਸਵਾਰਿਆ, ਤੇਰਾ ਪ੍ਰਲੋਕ ਵੀ ਸਵਾਰਿਆ, ਤੇ ਜਮਾਂ ਦੀ ਮਾਰ ਨਹੀਂ ਖਾਏਗਾ। ਇਹ ਸਤਿਗੁਰੂ ਜੀ ਨੇ ਜਦੋਂ ਬਚਨ ਕਹੇ ਤੇ ਜਹਾਂਗੀਰ ਅੰਦਰ ਆ ਗਿਆ। ਹੁਣ ਵੀ ਮੱਥਾ ਟੇਕਿਆ, ਕਹਿਣ ਲੱਗਾ ਮਹਾਰਾਜ ਤੁਸੀਂ ਪ੍ਰਲੋਕ ਦੇ ਸੁੱਖ, ਜਮਾਂ ਦੀ ਮਾਰ ਤੋਂ ਜਿਹੜਾ ਬਚਣ ਦੀ ਦਾਤ ਉਹ ਇੰਨੀ ਸਸਤੀ ਲਾਈ ਕਿ ਟਕੇ ਬਦਲੇ ਦੇਤਾ ਸਾਰਾ ਕੁਝ। ਸਤਿਗੁਰੂ ਜੀ ਹੱਸ ਪਏ। ਮਹਾਰਾਜ ਕਹਿੰਦੇ ਜਹਾਂਗੀਰ ਇਹਦਾ ਜਿਹੜਾ ਟਕਾ ਨਾ ਸਿੱਖ ਦਾ, 10 ਨੌਹਾਂ ਦੀ ਕਿਰਤ ਕਰਕੇ ਜਿਹੜਾ ਉਹਨੇ ਕਮਾ ਕੇ ਲਿਆਂਦਾ, ਤੇਰਾ ਸਾਰਾ ਰਾਜ ਇਸ ਟਕੇ ਬਰਾਬਰ ਨਹੀਂ ਤੁਲ ਸਕਦਾ। ਇੰਨਾ ਸਤਿਗੁਰੂ ਜੀ ਨੇ ਵੇਖੋ ਸਿੱਖ ਦੀ ਉਸ ਕਿਰਤ ਦੀ ਕਮਾਈ ਨੂੰ ਮਹਾਰਾਜ ਨੇ ਵਡਿਆਇਆ। ਕਹਿੰਦਾ ਮਹਾਰਾਜ ਉਹ ਕਿਵੇਂ। ਗੁਰੂ ਸਾਹਿਬ ਨੇ ਫਿਰ ਜਿਹੜਾ ਗੁੱਝਾ ਭੇਦ ਸਮਝਦਾ ਸੀ ਜਹਾਂਗੀਰ ਕਿ ਮੈਂ ਹੀ ਇਹਦੇ ਨਾਲ ਸਿੱਖ ਨਾਲ ਗੱਲ ਕੀਤੀ ਹੈ, ਮਹਾਰਾਜ ਨੂੰ ਪਤਾ ਨਹੀਂ। ਸਤਿਗੁਰੂ ਜੀ ਕਹਿੰਦੇ ਤੂੰ ਟਕੇ ਬਦਲੇ ਕਿੰਨਾ ਕੁਝ ਦੇ ਰਿਹਾ ਸੀ, ਜਗੀਰਾਂ ਦਿੰਦਾ ਸਾਂ, ਨਵਾਬੀ ਦੇ ਰਿਹਾ ਸਾਂ, ਹੀਰੇ ਜਵਾਹਰਾਤ ਦਿੰਦਾ ਸਾਂ, ਸਿੱਖ ਨੇ ਪ੍ਰਵਾਨ ਕੀਤੇ। ਕਹਿੰਦਾ ਨਹੀਂ ਮਹਾਰਾਜ
महाराज कहते तेरा ਜਿਹੜਾ ਰਾਜ ਭਾਗ ਹੈ ਉਹ ਇਸ ਟਕੇ ਦੇ ਬਰਾਬਰ ਨਹੀਂ ਤੋਲ ਸਕਦਾ, ਇਹ ਕਿਰਤ ਦੀ ਕੀਤੀ ਕਮਾਈ ਹੈ। ਸਿੱਖ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਜਦੋਂ ਸੱਚਾ ਸਾਹਿਬ ਜਾਣ ਕੇ, ਮਾਲਕ ਜਾਣ ਕੇ ਨਮਸਕਾਰ ਕੀਤੀ ਹੈ, ਤੇ ਸਿੱਖ ਨੂੰ ਸੱਚੇ ਪਾਤਸ਼ਾਹ ਮਹਾਰਾਜ ਨੇ ਜਿਹੜਾ ਹੈ ਪਾਤਸ਼ਾਹੀ ਦੇ ਦਿੱਤੀ ਹੈ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਨੇ, ਹਜੂਰ ਨੇ ਕਿਹਾ ਜੋ ਪਰਮੇਸ਼ਰ ਹੈ ਨਾ ਸਿੱਧੋ, ਉਹ ਸਾਹਿਬ ਮਾਲਕ ਵੈ ਤੇ ਸੱਚਾ ਵੈ, ਸਦਾ ਰਹਿਣ ਵਾਲਾ ਹੈ ਆਪ, ਤੇ ਉਹਦਾ ਨਾਮ ਵੀ ਜਿਹੜਾ ਉਹ ਸਦਾ ਪ੍ਰਸਿੱਧ ਵੈ, ਉਹਦਾ ਨਾਮ ਵੀ ਕਦੇ ਜਿਹੜਾ ਹੈ ਨਾ ਉਹ ਨਾਸ਼ ਹੋਣ ਵਾਲਾ ਨਹੀਂ। ਮਹਾਰਾਜ ਨੇ ਕਿਹਾ ਸਾਹਿਬ ਤੁਲ ਨਾ ਸਾਹਿਬੀ, ਸਤਿਗੁਰ ਸਾਹਿਬ ਸੱਚਾ ਸਾਈਂ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਆ ਸਤਿਗੁਰ ਸੱਚਾ ਪਾਤਸ਼ਾਹ, ਗੁਰਮੁਖ ਗਾਡੀ ਰਾਹ ਚਲੰਦਾ। ਸੱਚੇ ਪਾਤਸ਼ਾਹ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਸਦਾ ਰਹਿਣ ਵਾਲੇ ਹਨ, ਤੇ ਫਿਰ ਉਹਨਾਂ ਦਾ ਨਾਮ ਵੀ ਜਿਹੜਾ ਹੈ ਉਹ ਗਰੀਬ ਨਿਵਾਜ ਸੱਚੇ ਪਾਤਸ਼ਾਹ ਨੇ ਕਿਹਾ ਨਿਰੰਕਾਰ ਦਾ ਨਾਮ ਜਿਹੜਾ ਉਹ ਸਦਾ ਵਾਸਤੇ ਸੱਚਾ ਹੈ। ਫਿਰ ਸਿੱਧਾ ਨੇ ਕਿਹਾ ਮਹਾਰਾਜ ਜਿਹੜੇ ਰਾਜੇ ਹੁੰਦੇ ਉਹਨਾਂ ਦੀਆਂ ਦੇਸ਼ ਦੀਆਂ ਬੋਲੀਆਂ ਹੁੰਦੀਆਂ ਹਨ, ਤੇ ਪਰਮੇਸ਼ਰ ਦੇ ਦੇਸ਼ ਦੀ ਵੀ ਕੋਈ ਵੱਖਰੀ ਬੋਲੀ ਹੈ। ਤਾਂ ਸਤਿਗੁਰੂ ਜੀ ਨੇ ਕਿਹਾ ਉਸ ਪਰਮੇਸ਼ਰ ਦੀਆਂ ਜਿਹੜੀਆਂ ਉਸ ਦੇ ਦੇਸ਼ ਦੀ ਬੋਲੀ ਹੈ ਨਾ, ਭਾਖਿਆ ਭਾਉ ਅਪਾਰ, ਜਿਹੜੀ ਮਹਾਰਾਜ ਕਹਿੰਦੇ ਭਾਉ ਪਿਆਰ ਦੀ ਭਾਸ਼ਾ ਨਾ, ਉਹੋ ਹੀ ਮਹਾਰਾਜ ਕਹਿੰਦੇ ਭਾਈ ਪਰਮੇਸ਼ਰ ਦੇ ਦੇਸ਼ ਦੀ ਭਾਸ਼ਾ ਹੈ। ਜਿਵੇਂ ਸਾਰੀਆਂ ਜਿਹੜੀਆਂ ਬੋਲੀਆਂ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਇਹਨਾਂ ਵਿੱਚ ਜਿਹੜਾ ਪਿਆਰ ਹੈ ਨਾ ਪਰਮੇਸ਼ਰ ਦਾ, ਜਿਹੜਾ ਪਰਮੇਸ਼ਰ ਨੂੰ ਪਿਆਰ ਨਾਲ ਯਾਦ ਕਰਦਾ ਹੈ, ਭਾਵੇਂ ਉਹ ਵੇਖ ਲਓ ਜਿਹੜੇ ਲੋਕ ਬੋਲੀਆਂ ਬੋਲਦੇ ਆ, ਕੋਈ ਗੁਰਮੁਖੀ ਬੋਲਦੇ ਆ, ਆਪਾਂ ਹਿੰਦੀ ਬੋਲਦੇ ਆ, ਅੰਗਰੇਜ਼ੀ ਬੋਲਦੇ ਆ, ਪਹਿਲਵੀ ਬੋਲਦੇ ਆ, ਪਸ਼ਤਵੀ ਬੋਲਦੇ ਆ, ਫਾਰਸੀ ਬੋਲਦੇ ਆ, ਤੇ ਮਹਾਰਾਜ ਕਹਿੰਦੇ ਹੋਰ ਕੋਈ ਵੱਖਰੀ ਬੋਲੀ ਨਹੀਂ, ਪਰਮੇਸ਼ਰ ਦੀ ਉਹੀ ਬੋਲੀ ਹੈ ਨਾ। ਬੋਲੀਆਂ ਵਿੱਚ ਜਿਹੜਾ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਪਿਆਰ ਹੈ ਨਾ, ਪਿਆਰ ਦੀ ਭਾਸ਼ਾ ਉਹੀ ਪਰਮੇਸ਼ਰ ਦੇ ਦੇਸ਼ ਦੀ ਭਾਸ਼ਾ ਹੈ। ਕਿਸੇ ਵੀ ਬੋਲੀ ਵਿੱਚ ਕੋਈ ਪਿਆਰ ਨਾਲ ਵਾਹਿਗੁਰੂ ਜੀ ਨੂੰ ਯਾਦ ਕਰਦਾ ਤੇ ਸੱਚੇ ਪਾਤਸ਼ਾਹ ਜੀ ਮਹਾਰਾਜ ਉਹਨੂੰ ਪ੍ਰਾਪਤ ਹੋ ਜਾਂਦੇ ਆ। ਉਹਦੇ ਦੇਸ਼ ਦੀ ਜਿਹੜੀ ਭਾਖਿਆ ਭਾਸ਼ਾ ਹੈ ਨਾ, ਉਹ ਭਾਵ ਪਿਆਰ ਵਾਲੀ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਜਿਹਦਾ ਕੋਈ ਪਾਰਾਵਾਰ ਅੰਤ ਨਹੀਂ ਪਾਇਆ ਜਾ ਸਕਦਾ। ਫਿਰ ਸੱਚੇ ਪਾਤਸ਼ਾਹ ਜੀ ਮਹਾਰਾਜ ਨੂੰ ਕਹਿੰਦੇ ਮਹਾਰਾਜ ਜਿਹਦਾ ਕਿਸੇ ਬੋਲੀ ਨਾਲ ਤੇ ਪਿਆਰ ਹੋਵੇਗਾ ਨਾ, ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਹਾ ਜਿਸ ਕਿਸੇ ਨੇ ਕਿਸੇ ਵੀ ਬੋਲੀ ਵਿੱਚ ਉਸ ਪਰਮੇਸ਼ਰ ਨੂੰ ਭਾਵ ਪਿਆਰ ਨਾਲ ਭਾਖਿਆ ਉਚਾਰਨ ਕੀਤਾ, ਉਹ ਪਾਰਾਵਾਰ ਤੋਂ ਰਹਿਤ ਵਾਹਿਗੁਰੂ ਉਸੇ ਹੀ ਭਾਖਿਆ ਬੋਲੀ ਵਿੱਚ ਉਹਨੂੰ ਪ੍ਰਾਪਤ ਹੋ ਜਾਂਦਾ। ਕਿਸੇ ਵੀ ਭਾਸ਼ਾ ਵਿੱਚ ਕੋਈ ਹੁਣ ਅੰਗਰੇਜ਼ ਹੈ, ਕੋਈ ਅੰਗਰੇਜ਼ ਯਾਦ ਕਰਦਾ ਹੈ ਤੇ ਉਹਨੂੰ ਉਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਦੀ ਪ੍ਰਾਪਤੀ ਹੋ ਜਾਂਦੀ ਹੈ। ਜਿੱਦਾਂ ਇੱਕ ਅੰਗਰੇਜ਼ ਦਾ ਜ਼ਿਕਰ ਆਉਂਦਾ ਨਾ ਕਿ ਉਹ ਹਰਿਮੰਦਰ ਸਾਹਿਬ ਦਰਸ਼ਨ ਕਰਨ ਆਇਆ ਸੀ, ਪਹਿਲੋਂ ਪਾਕਿਸਤਾਨ ਰੁਕਿਆ ਸੀ, ਉੱਥੇ ਜਿਹੜਾ ਸੀ ਉਹਨੂੰ ਜਦੋਂ ਦੇਸ਼ ਦੀ ਵੰਡ ਤੋਂ ਬਾਅਦ ਦਾ ਇਹ ਬਚਨ ਹੈ, ਹੋਟਲ 'ਚ ਠਹਿਰਿਆ ਸੀ, ਤੇ ਜਦੋਂ ਉਹਨੂੰ ਉੱਥੋਂ ਤੁਰਨ ਲੱਗਾ ਤੇ ਹੋਟਲ ਦੇ ਮਾਲਕ ਨੇ ਸੁਭਾਅ ਕੀ ਪੁੱਛ ਲਿਆ ਕਿ ਤੁਸੀਂ ਕਿੱਥੇ ਜਾਣਾ। ਉਹ ਕਹਿੰਦਾ ਮੈਂ ਅੱਜ ਮਤਲਬ ਵੀ ਗੋਲਡਨ ਟੈਂਪਲ ਜਾਣਾ, ਅੰਮ੍ਰਿਤਸਰ ਸਾਹਿਬ ਜਾਣਾ। ਤੇ ਉਹ ਮੁਸਲਮਾਨ ਸੀਗਾ ਭਾਵੇਂ, ਤੇ ਪਰ ਉਹਨੇ ਬੜਾ ਦਿਲ ਭਰ ਕੇ ਤੇ ਉਹਨੂੰ ਕੁਝ ਮਾਇਆ ਦਿੱਤੀ ਤੇ ਕਿਹਾ ਅਸੀਂ ਅੰਮ੍ਰਿਤਸਰ ਸਾਹਿਬ ਰਹਿੰਦੇ ਸੀ, ਰੋਜ਼ ਦਰਸ਼ਨ ਕਰਦੇ ਸੀ, ਪਰ ਹੁਣ ਮੁੱਦਤਾਂ ਗੁਜ਼ਰ ਗਈਆਂ ਤੇ ਮੇਰੇ ਵੱਲੋਂ ਤੁਸੀਂ ਇਹ ਮਾਇਆ ਜਿਹੜੀ ਉੱਥੇ ਭੇਟ ਕਰ ਦੇਣੀ। ਮੁਸਲਮਾਨ ਥੋੜਾ ਉਹ ਧਰਮ ਦੀ ਜਿੱਦਾਂ ਸਟੱਡੀ ਕਰਦਾ ਸੀ, ਉਹਨੇ ਵੇਖਿਆ ਕਿ ਇੱਕ ਮੁਸਲਮਾਨ ਤੇ ਉਹ ਸਿੱਖ ਧਰਮ ਦੇ ਉੱਤੇ ਅਕੀਦਾ ਰੱਖ ਰਿਹਾ, ਉਹਦੇ ਖਿੱਚ ਬਣੀ ਉੱਥੋਂ ਹੀ। ਜਦੋਂ ਫਿਰ ਅੰਮ੍ਰਿਤਸਰ ਸਾਹਿਬ ਆਇਆ, ਹੁਣ ਦਰਸ਼ਨ ਕੀਤੇ, ਇਸ਼ਨਾਨ ਕੀਤੇ, ਕੀਰਤਨ ਸੁਣਿਆ, ਬਹੁਤ ਪ੍ਰਭਾਵਿਤ ਹੋ ਗਿਆ। ਉਹਦਾ ਹੋਰ ਕਿਤੇ ਜਾਣ ਨੂੰ ਮਨ ਹੀ ਨਹੀਂ ਕੀਤਾ, ਜਿੰਨਾ ਚਿਰ ਵੀ ਰਿਹਾ ਉੱਥੇ ਹੀ ਰਿਹਾ। ਹੁਣ ਜਿਹੜੀ ਆ ਇਹ ਉਹਨੂੰ ਭਾਸ਼ਾ ਵੀ ਚੰਗੀ ਤਰ੍ਹਾਂ ਨਹੀਂ ਸੀ ਆਉਂਦੀ, ਪਰ ਪਿਆਰ ਦੀ ਭਾਸ਼ਾ ਜਿਹੜੀ ਹੈ ਨਾ ਉਹ ਜਾਨਵਰ ਵੀ ਸਮਝ ਲੈਂਦੇ ਆ, ਤੇ ਮਨੁੱਖ ਕਿਉਂ ਨਾ ਸਮਝੂਗਾ। ਉਹਨੂੰ ਇੰਨਾ ਅਸਰ ਪਿਆ, ਫਿਰ ਉਹ ਜਾਣ ਲੱਗਿਆ ਇੱਥੋਂ ਤਸਵੀਰ ਇੱਕ ਹਰਿਮੰਦਰ ਸਾਹਿਬ ਜੀ ਦੀ ਲੈ ਗਿਆ, ਤੇ ਰੋਜ਼ ਤਸਵੀਰ ਦੇ ਸਾਹਮਣੇ ਬੈਠ ਕੇ ਉਹ ਵਾਹਿਗੁਰੂ ਮੰਤਰ ਦਾ ਜਾਪ ਕਰਦਾ ਸੀ। ਤੇ ਹੌਲੀ ਹੌਲੀ ਉਹਦੀ ਇਹ ਅਵਸਥਾ ਬਣੀ। ਅੱਜ ਤਾਂ ਹੁਣ ਇੰਟਰਨੈਟ ਦੇ ਜ਼ਰੀਏ ਆਪਾਂ ਕੀਰਤਨ ਸੁਣਦੇ ਹਾਂ, ਤੇ ਉਹਨੂੰ ਹਰਿਮੰਦਰ ਸਾਹਿਬ ਅੰਦਰ ਹੁੰਦਾ ਕੀਰਤਨ, ਉੱਥੇ ਸੁਣਨ ਲੱਗ ਪਿਆ ਆਪਣੇ ਆਪ ਹੀ। ਫਿਰ ਉਹਦੀ ਭਾਵਨਾ ਬਣੀ ਕਿ ਸਿੱਖ ਨੂੰ ਪ੍ਰਸ਼ਾਦਾ ਛਕਾਈਏ, ਤੇ ਇੱਕ ਸਿੱਖ ਨੂੰ ਏਦਾਂ ਉਹਨੇ ਘਰੇ ਲਿਜਾ ਕੇ ਤੇ ਪ੍ਰਸ਼ਾਦਾ ਜਦੋਂ ਛਕਾਇਆ, ਤੇ ਉਸ ਸਿੱਖ ਦੇ ਜ਼ਰੀਏ ਫਿਰ ਇਹ ਜਿਹੜੀ ਸੀ ਅੰਗਰੇਜ਼ ਦੀ ਇਹ ਅਵਸਥਾ ਪ੍ਰਗਟ ਹੋਈ। ਤੇ ਇੱਕ ਜਰਮਨ ਦਾ ਅੰਗਰੇਜ਼ ਸੀਗਾ, ਉਹ ਖੰਨੇ ਲਾਗੇ ਇੱਕ ਕਾਰਖਾਨਾ
ਅੰਗਰੇਜ਼ ਦੇ ਸਮੇਂ ਦਾ ਲੱਗਿਆ ਹੋਇਆ ਖਰਾਬ ਹੋ ਗਿਆ ਤੇ ਉਹਦਾ ਜਰਮਨ ਤੋਂ ਇੰਜੀਨੀਅਰ ਪੁਰਜਾ ਪਾਉਣ ਆਇਆ। ਤੇ ਜਦੋਂ ਉਹਨੇ ਉਹ ਠੀਕ ਕਰ ਦਿੱਤਾ, ਫਿਰ ਉਹਦੇ ਮਨ ਦਾ ਖਿਆਲ ਹੋਇਆ ਕਿ ਇੱਥੇ ਸੁਣਿਆ ਕਿ ਗੋਲਡਨ ਟੈਂਪਲ ਬੜਾ ਮਸ਼ਹੂਰ ਹੈ, ਤੇ ਉੱਥੇ ਦਰਸ਼ਨ ਕਰੀਏ। ਤੇ ਉਹ ਉੱਥੋਂ ਇੱਕ ਕਰਮਚਾਰੀ ਸੀਗੇ ਕੋਈ ਗੁਰਮੁਖ, ਤੇ ਉਹਨਾਂ ਨੇ ਜਿਹੜੇ ਉੱਥੋਂ ਦੇ ਮਾਲਕ ਸੀਗੇ ਉਹਨਾਂ ਨੇ ਉਹਨੂੰ ਨਾਲ ਭੇਜ ਕੇ ਤੇ ਅੰਗਰੇਜ਼ ਨੂੰ ਕਿਹਾ ਵੀ ਇਹਨੂੰ ਦਰਸ਼ਨ ਮਤਲਬ ਵੀ ਕਰਾ ਕੇ ਲਿਆ। ਜਦੋਂ ਉੱਥੇ ਉਹ ਦਰਸ਼ਨ ਕਰਨ ਗਿਆ ਤੇ ਕਹਿੰਦੇ ਦਰਸ਼ਨੀ ਡਿਉੜੀ ਦੇ ਜਦੋਂ ਅੰਮ੍ਰਿਤ ਵੇਲੇ ਕੁਆੜ ਖੁੱਲਦੇ ਆ ਤੇ ਉਸ ਸਮੇਂ ਹੁਣ ਕੁਆੜ ਖੁੱਲੇ ਆ, ਸਾਨੂੰ ਹਰਿਮੰਦਰ ਸਾਹਿਬ ਦਾ ਸਾਹਮਣੇ ਦਰਸ਼ਨ ਹੁੰਦਾ। ਤੇ ਅੰਗਰੇਜ਼ ਜਦੋਂ ਕੁਆੜ ਖੁੱਲੇ ਕਹਿੰਦਾ ਓ ਗੋਡ, ਓ ਜੀਸਸ, ਓ ਮਾਈ ਗੋਡ, ਏਦਾਂ ਕਹਿ ਕੇ ਤੇ ਉਹ ਸਰਦਲ ਤੇ ਮੱਥੇ ਟੇਕੀ ਜਾਵੇ। ਤੇ ਉਹ ਉੱਥੇ ਰਹਿ ਕੇ ਉਹਨੇ ਸੇਵਾ ਕੀਤੀ। ਤੇ ਫਿਰ ਸੱਚੇ ਪਾਤਸ਼ਾਹ ਜੀ ਮਹਾਰਾਜ ਦੀ ਬਾਣੀ ਦਾ ਜਦੋਂ ਕੀਰਤਨ ਸੁਣਦਾ ਸੀ ਤੇ ਉਹ ਜਿਹੜਾ ਨਾਲ ਆਏ ਸੀ ਨਾ ਸਿੰਘ ਗੁਰਮੁਖ, ਉਹਦਾ ਨਾਮ ਭਾਈ ਧੰਨਾ ਸਿੰਘ ਸੀ ਕਹਿੰਦੇ। ਉਹਨੂੰ ਅੰਗਰੇਜ਼ ਨੇ ਆਪਣੀ ਭਾਸ਼ਾ ਵਿੱਚ ਪੁੱਛਿਆ ਕਿ ਇਹ ਤੁਹਾਨੂੰ ਕੀਰਤਨ ਸਮਝ ਆਉਂਦਾ, ਕੀ ਹੁੰਦਾ ਅੰਦਰ ਜਿਹੜਾ ਗਾ ਰਹੇ ਆ, ਵੀ ਇਹ ਤੈਨੂੰ ਸਮਝ ਆਉਂਦਾ? ਉਹ ਕਹਿੰਦਾ ਹਾਂ ਵੀ ਇਹ ਸਾਡੀ ਮਤਲਬ ਗੁਰਮੁਖੀ ਭਾਸ਼ਾ 'ਚ ਤੇ ਮੈਨੂੰ ਤੇ ਸਮਝ ਆਉਂਦਾ ਹੀ ਹੈ। ਕਹਿੰਦਾ ਇਹ ਤੁਹਾਡੀ ਭਾਸ਼ਾ 'ਚ ਥੋੜਾ ਕੀਰਤਨ ਹੋ ਰਿਹਾ, ਕਹਿੰਦਾ ਭਾਸ਼ਾ ਤੇ ਡੱਚ 'ਚ ਹੋ ਰਿਹਾ। ਉਹਨੂੰ ਉਹਦੀ ਭਾਸ਼ਾ 'ਚ ਕੀਰਤਨ ਸੁਣ ਰਿਹਾ ਸੀ, ਜਰਮਨੀ ਭਾਸ਼ਾ ਦੇ ਵਿੱਚ ਉਹਨੂੰ ਕੀਰਤਨ ਸੁਣ ਰਿਹਾ ਸੀ। ਤੇ ਵੇਖੋ ਇਹ ਪ੍ਰੇਮ ਹੈ ਕਿ ਪ੍ਰੇਮ ਦੇ ਨਾਲ ਜਿਹੜਾ ਹੈ ਉਹਨੂੰ ਸਾਰਾ ਕੁਝ ਸਮਝ ਪੈ ਰਿਹਾ ਹੈ। ਤੋ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਜਿਸ ਵੀ ਭਾਖਿਆ ਭਾਸ਼ਾ ਦੇ ਅੰਦਰ ਪ੍ਰੇਮ ਦੇ ਨਾਲ ਉਹਨੂੰ ਯਾਦ ਕਰੀਏ ਨਾ, ਉਹ ਪਾਰਾਵਾਰ ਤੋਂ ਰਹਿਤ ਪਰਮੇਸ਼ਰ ਜਿਹੜਾ ਨਾ ਉਹ ਪ੍ਰਾਪਤ ਹੋ ਜਾਂਦਾ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਆ ਜਿਹੜਾ ਪਰਮੇਸ਼ਰ ਜਿਹਦਾ ਪਾਰਾਵਾਰ ਨਹੀਂ ਪਾਇਆ ਜਾ ਸਕਦਾ, ਉਹਦੀ ਪ੍ਰਾਪਤੀ ਹੀ ਪ੍ਰੇਮ ਨਾਲ ਹੈ। ਪ੍ਰੇਮ ਤੋਂ ਬਿਨਾਂ ਮਹਾਰਾਜ ਜੀ ਨੇ ਕਿਹਾ ਨਾ, ਸਾਚ ਕਹੋ ਸੁਣ ਲਿਓ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਕਬੀਰ ਜੀ ਨੇ ਜਦੋਂ ਲਈ ਸੀ ਦੀਕਸ਼ਾ, ਤੇ ਕਹਿੰਦੇ ਸੀ ਰਾਮਾਨੰਦ ਜੀ ਦੇ ਕੋਲੋਂ ਦੀਕਸ਼ਾ ਲੈਣੀ ਆ, ਪਰ ਉਹ ਜਲਾਹੇ ਜਾਣ ਕੇ ਤੇ ਰਾਮਾਨੰਦ ਜੀ ਦਿੰਦੇ ਨਹੀਂ ਸੀ ਨਾ ਉਹ ਦੀਕਸ਼ਾ। ਤੇ ਫਿਰ ਕਹਿੰਦੇ ਕਿ ਕਬੀਰ ਜੀ ਨੇ ਇੱਕ ਤਰੀਕਾ ਸੋਚਿਆ, ਉਹ ਗੰਗਾ ਦੇ ਉਸ ਘਾਟ ਤੇ ਜਿੱਥੇ ਇਸ਼ਨਾਨ ਕਰਨ ਲਈ ਰਾਮਾਨੰਦ ਜੀ ਆਉਂਦੇ ਸੀ, ਉੱਥੇ ਅੰਮ੍ਰਿਤ ਵੇਲੇ ਕਬੀਰ ਜੀ ਲੰਮੇ ਪੈ ਗਏ ਤੇ ਰਾਮਾਨੰਦ ਜੀ ਨੂੰ ਠੇਡਾ ਲੱਗਿਆ। ਫਿਰ ਤੇ ਉਹਨਾਂ ਨੇ ਕਿਹਾ ਰਾਮ ਕੇ ਰਾਮ ਕਹੋ, ਤੇ ਕਬੀਰ ਜੀ ਨੇ ਇਹੋ ਹੀ ਮੰਤਰ ਲੈ ਲਿਆ, ਰਾਮ ਕੇ ਰਾਮ ਕਹੋ। ਤੇ ਫਿਰ ਇੰਨੀ ਪ੍ਰੀਤ ਨਾਲ ਜਪਿਆ ਕਿ ਕਬੀਰ ਜੀ ਦੀ ਇੰਨੀ ਪ੍ਰਸਿੱਧੀ ਫੈਲ ਗਈ। ਤੇ ਜਦੋਂ ਕਬੀਰ ਜੀ ਨੂੰ ਕਿਸੇ ਪੁੱਛਿਆ ਤੇ ਉਹਨਾਂ ਕਿਹਾ ਮੈਂ ਰਾਮਾਨੰਦ ਜੀ ਕੋਲ ਮੰਤਰ ਲਿਆ। ਰਾਮਾਨੰਦ ਜੀ ਨੂੰ ਜਾ ਕੇ ਦੱਸਿਆ, ਕਹਿੰਦੇ ਮੈਂ ਤਾਂ ਮੰਤਰ ਦਿੱਤਾ ਨਹੀਂ। ਫਿਰ ਉਹਨਾਂ ਨੇ ਕਬੀਰ ਜੀ ਨੂੰ ਬੁਲਾਇਆ ਤੇ ਕਹਿੰਦੇ ਰਾਮਾਨੰਦ ਜੀ ਨਾ ਧਿਆਨ ਨਾਲ ਪੂਜਾ ਕਰਦੇ ਹੁੰਦੇ ਸੀ ਭਗਵਾਨ ਦੀ, ਸਾਰੇ ਫੁੱਲ ਅਰਪਣੇ ਤੇ ਮੁਕਟ ਪਾਉਣਾ, ਮਾਲਾ ਪਾਉਣੀ, ਚੰਦਨ ਚਰਚਣਾ, ਧਿਆਨ ਨਾਲ ਸਾਰਾ ਕੁਝ। ਤੇ ਜਦੋਂ ਕਬੀਰ ਜੀ ਆਏ ਤੇ ਉਸ ਸਮੇਂ ਧਿਆਨ ਨਾਲ ਪੂਜਾ ਕਰ ਰਹੇ ਸੀ ਤੇ ਭਗਵਾਨ ਦੇ ਸ਼ੀਸ਼ ਤੇ ਮੁਕਟ ਪਹਿਲਾਂ ਪਾ ਲਿਆ ਤੇ ਮਾਲਾ ਪਾਉਣ ਦਾ ਚੇਤਾ ਭੁੱਲ ਗਿਆ। ਫਿਰ ਮਨ ਦੇ ਅੰਦਰ ਸੰਕਲਪ ਕਰ ਰਹੇ ਆ ਕਿ ਜੇ ਹੁਣ ਮੁਕਟ ਲਾਇਆ ਤੇ ਬੇਅਦਬੀ ਹੈ, ਤੇ ਮਾਲਾ ਨਾ ਪਾਈ ਤੇ ਪੂਜਾ ਨਹੀਂ ਪੂਰੀ ਹੋਣੀ, ਕੀ ਕਰੀਏ? ਤੇ ਕਬੀਰ ਜੀ ਨੇ ਉਹ ਅੰਦਰ ਦੀ ਅਵਸਥਾ ਜਾਣ ਕੇ ਕਿਹਾ ਵੀ ਗੁਰੂਦੇਵ ਜੀ ਮਾਲਾ ਦੀ ਗੰਢ ਖੋਲ ਕੇ ਤੇ ਫਿਰ ਤੁਸੀਂ ਪਾ ਦਿਓ, ਤੁਹਾਡੀ ਪੂਜਾ ਪੂਰੀ ਹੋ ਜਾਊਗੀ, ਮੁਕਟ ਵੀ ਨਹੀਂ ਲਾਉਣਾ ਪਊਗਾ। ਉਹ ਕਬੀਰ ਜੀ ਦੀ ਅਵਸਥਾ ਵੇਖ ਕੇ ਕੰਠ ਲਾ ਲਿਆ ਸੀ ਰਾਮਾਨੰਦ ਜੀ ਨੇ, ਜਿਹੜਾ ਹੁਣ ਭਾਵੇਂ ਕਿ ਕਈਆਂ ਨੂੰ ਸਿੱਧਾ ਮੰਤਰ ਦਿੱਤਾ ਹੋਊਗਾ, ਤੇ ਜਿਨ੍ਹਾਂ ਕਮਾਈ ਨਹੀਂ ਕੀਤੀ ਪ੍ਰੇਮ ਨਾਲ ਉਹਨਾਂ ਨੂੰ ਨਹੀਂ ਸਾਖਿਆਤਾ ਹੁੰਦੀ। ਜਿਹੜੇ ਪ੍ਰੇਮ ਨਾਲ ਕਮਾਈ ਕਰਦੇ ਆ, ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਨਾਮ ਦੀ ਪ੍ਰੇਮ ਨਾਲ ਜਪਦੇ ਆ, ਤੇ ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਭਾਈ ਉਹਨਾਂ ਨੂੰ ਫਿਰ ਜਿਹੜਾ ਨਾ ਉਹ ਪਰਮੇਸ਼ਰ ਦੀ ਪ੍ਰਾਪਤੀ ਹੋ ਜਾਂਦੀ ਹੈ। ਉਹ ਪ੍ਰੇਮ ਦਾ ਜਿਹੜਾ ਭੁੱਖਾ ਹੈ ਵਾਹਿਗੁਰੂ, ਤੇ ਜਿਹੜਾ ਕੋਈ ਪ੍ਰੇਮ ਨਾਲ ਪਰਮੇਸ਼ਰ ਨੂੰ ਯਾਦ ਕਰਦਾ ਹੈ ਉਹਨੂੰ ਵਾਹਿਗੁਰੂ ਦੀ ਪ੍ਰਾਪਤੀ ਅਵਸ਼ ਵਾਰ ਅਵਸ਼ ਹੁੰਦੀ ਹੀ ਹੁੰਦੀ ਹੈ। ਇਉਂ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਆ ਭਾਖਿਆ ਭਾਉ ਅਪਾਰ, ਉਸ ਅਪਾਰ ਦੀ ਪ੍ਰਾਪਤੀ ਜਿਹੜੀ ਹੈ ਨਾ ਉਹ ਮਹਾਰਾਜ ਕਹਿੰਦੇ ਨੇ ਪ੍ਰੇਮ ਦੀ ਭਾਸ਼ਾ ਦੇ ਉਚਾਰਨੇ ਕਰਕੇ, ਪ੍ਰੇਮ ਵਿੱਚ ਆ ਕੇ ਨਾਮ ਦੇ ਉਚਾਰਨੇ ਕਰਕੇ, ਭਾਖਣਾ ਭਾਵ ਉਚਾਰਨ ਕਰਨੇ ਕਰਕੇ ਪ੍ਰਾਪਤੀ ਹੁੰਦੀ ਹੈ। ਫਿਰ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ
ਜਿਹੜਾ ਹੈ ਇਉਂ ਸਿੱਧਾ ਨੇ ਪੁੱਛਿਆ, ਮਹਾਰਾਜ ਉਸ ਪਾਤਸ਼ਾਹ ਦੇ ਕੋਲੋਂ ਜਿਹੜਾ ਹੈ ਮੰਗਣ ਵਾਲੇ ਮੰਗਤੇ ਵੀ ਹੈਗੇ ਆ, ਕੋਈ ਮੰਗਦੇ ਵੀ ਜਿਵੇਂ ਪਾਤਸ਼ਾਹਾਂ ਦੇ ਕੋਲ ਲੋਕ ਮੰਗਦੇ ਆ? ਕਹਿੰਦੇ ਹਾਂ ਭਾਈ ਸਿੱਧੋ, ਆਖਾ ਹੈ ਮੰਗਹਿ ਦੇਹ ਦੇਹ, ਆਖ ਆਖ ਕੇ ਜਿਹੜੇ ਆ ਮੰਗਣ ਵਾਲੇ ਵੀ ਕਿਤਨੇ ਹੀ ਆ, ਦੇਵਤੇ ਮੰਗਦੇ ਆ, ਦੈਂਤ ਮੰਗਦੇ ਆ, ਮਨੁੱਖ ਮੰਗਦੇ ਆ। ਵਾਹਿਗੁਰੂ ਸਭ ਦੇ ਤਾਈਂ ਦਾਤਾਂ ਦੇਈ ਜਾ ਰਿਹਾ। ਕੋਈ ਕਹਿੰਦੇ ਆ ਦੇਹ ਦੇਹ, ਭਾਵ ਮਹਾਰਾਜ ਸਾਨੂੰ ਦੇਹ ਦੇ, ਮਨੁੱਖਾ ਜਨਮ ਦੇ ਤੇ ਅਸੀਂ ਤੇਰਾ ਨਾਮ ਜਪੀਏ, ਮਨੁੱਖਾ ਸਰੀਰ ਨੂੰ ਪ੍ਰਾਪਤ ਕਰਕੇ ਮਹਾਰਾਜ ਅਸੀਂ ਜਿਹੜਾ ਹੈ ਉਹ ਆਪ ਦੇ ਵਿੱਚ ਅਭੇਦ ਹੋ ਸਕੀਏ। ਇਉਂ ਸੱਚੇ ਪਾਤਸ਼ਾਹ ਜੀ ਕਹਿੰਦੇ ਦੇਹ ਦੇਹ ਆਖੈ ਸਭ ਕੋਈ, ਜੈ ਭਾਵੈ ਤਾ ਦੇ। ਵਾਹਿਗੁਰੂ ਜੀ ਨੂੰ ਜਿਹਦੀ ਫਿਰ ਅਰਦਾਸ ਕੀਤੀ ਭਾ ਜਾਂਦੀ ਹੈ, ਮਹਾਰਾਜ ਸਾਹਿਬ ਜੀ ਉਹਨੂੰ ਦਾਤ ਦਿੰਦੇ ਆ। ਸਭ ਜਾਚਕ ਤੂੰ ਏਕੋ ਦਾਤਾ, ਮੰਗੈ ਹਾਥ ਪਸਾਰੀ। ਸਾਰੇ ਦੇਹ ਦੇਹ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਕਹਿੰਦੇ ਮਹਾਰਾਜ ਸਾਨੂੰ ਆਹ ਦਾਤ ਦਿਓ, ਸਾਨੂੰ ਆਹ ਦਾਤ ਦਿਓ, ਮੰਗਦੇ ਆ ਪਰਮੇਸ਼ਰ ਦੇ ਕੋਲੋਂ। ਤੇ ਪਰਮੇਸ਼ਰ ਜਿਹੜਾ ਹੈ ਉਹ ਦਾਤਾਂ ਦੇ ਦੇਣ ਵਾਲਾ ਹੈ। ਜਿਵੇਂ ਅੱਜ ਲੜੀਵਾਰ ਕਥਾ 'ਚ ਵੀ ਜ਼ਿਕਰ ਆ ਰਿਹਾ ਸੀ, ਦੱਦਾ ਦਾਤਾ ਏਕ ਹੈ, ਸਭ ਕੋ ਦੇਵਨਹਾਰ, ਦਿੰਦੇ ਤੋਟ ਨਾ ਆਵਈ, ਅਗੰਤ ਭਰੇ ਭੰਡਾਰ। ਫਿਰ ਮਹਾਰਾਜ ਕਹਿੰਦੇ ਦਾਤ ਕਰੇ ਦਾਤਾਰ। ਉਹ ਦਾਤਾਰ ਜੋ ਦਾਤਾਂ ਦੇ ਦੇਣ ਵਾਲਾ ਹੈ ਨਾ ਪਰਮੇਸ਼ਰ, ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਜਿਹੜਾ ਦ੍ਰਿੜ ਚਿੱਤ ਕਰਕੇ ਕੋਈ ਵੀ ਮੰਗਦਾ ਨਾ, ਤੇ ਪਰਮੇਸ਼ਰ ਉਹਨੂੰ ਫਿਰ ਬ੍ਰਹਮ ਵਿਦਿਆ ਦੀ, ਜੇ ਕਿਸੇ ਦਾਤ ਮੰਗੀ ਉਹਨੂੰ ਬ੍ਰਹਮ ਵਿਦਿਆ ਦਾਤ ਦਿੰਦੇ ਆ, ਬ੍ਰਹਮ ਗਿਆਨ ਦੀ, ਮੁਕਤੀ ਦੀ, ਚਾਰ ਪਦਾਰਥਾਂ ਦੀ। ਕਿਉਂਕਿ ਕਹਿ ਕਬੀਰ ਤੁਮ ਸਮਰੱਥ ਦਾਤੇ, ਚਾਰ ਪਦਾਰਥ ਦੇਤ ਨਾ ਬਾਰ। ਬਾਰ ਭਾਵ ਦੇਰੀ ਨਹੀਂ ਲੱਗਦੀ। ਇਹੋ ਜੀਆਂ ਦਾਤਾਂ ਦੇਣ ਦੇ ਵਾਹਿਗੁਰੂ ਸਮਰੱਥ ਹੈ, ਕੋਈ ਹੋਰ ਨਹੀਂ ਦੇ ਸਕਦਾ। ਫਿਰ ਸਿੱਧ ਕਹਿੰਦੇ ਮਹਾਰਾਜ ਉਹ ਰਾਜਿਆਂ ਦੇ ਅੱਗੇ ਜਿਵੇਂ ਭੇਟਾ ਰੱਖੀ ਜਾਂਦੀ ਹੈ, ਸੱਚੇ ਪਾਤਸ਼ਾਹ ਜੀ ਪਰਮੇਸ਼ਰ ਦੇ ਅੱਗੇ ਕਿਹੜੀ ਭੇਟਾ ਜਿਹੜੀ ਰੱਖਣੀ ਚਾਹੀਦੀ ਹੈ? ਫੇਰ ਕੇ ਅੱਗੇ ਰੱਖੀ ਹੈ ਮਹਾਰਾਜ। ਫਿਰ ਉਹ ਪਰਮੇਸ਼ਰ ਦੇ ਅੱਗੇ ਕੀ ਭੇਟਾ ਰੱਖਣੀ ਕਰੀਏ? ਜਿਤ ਦਿਸੈ ਦਰਬਾਰ, ਜਿਸ ਕਰਕੇ ਕਿ ਵਾਹਿਗੁਰੂ ਦਾ ਸਾਨੂੰ ਦਰਬਾਰ ਦਿਸ ਪਵੇ, ਪਰਮੇਸ਼ਰ ਦੇ ਦਰਬਾਰ ਦਾ ਦਰਸ਼ਨ ਹੋ ਜਾਵੇ। ਤੇ ਜਿਵੇਂ ਰਾਜਿਆਂ ਨੂੰ ਖੁਸ਼ ਕਰਨ ਲਈ ਉਹ ਨਕਾਬ, ਜਿਹੜੇ ਨਕੀਬ ਤੇ ਭਾਟ ਹੁੰਦੇ ਆ, ਉਹ ਫਿਰ ਜਿਹੜੇ ਆ ਮੂੰਹ ਤੋਂ ਜਦੋਂ ਬੋਲਦੇ ਆ ਤੇ ਉਹ ਰਾਜੇ ਜਿਹੜੇ ਖੁਸ਼ ਹੁੰਦੇ ਆ। ਤੇ ਸੱਚੇ ਪਾਤਸ਼ਾਹ ਜੀ ਮਹਾਰਾਜ ਨੂੰ ਪੁੱਛਦੇ, ਮਹਾਰਾਜ ਮੋਹਾ ਉੱਕੇ ਬੋਲਣ ਬੋਲੀਏ, ਮੂੰਹੋਂ ਕਿਹੜੇ ਬੋਲ ਬੋਲੀਏ? ਜਿਤ ਸੁਣ ਧਰੇ ਪਿਆਰ, ਜਿਨ੍ਹਾਂ ਨੂੰ ਸੁਣ ਕਰਕੇ ਵਾਹਿਗੁਰੂ ਜੀ ਸਾਡੇ ਨਾਲ ਪਿਆਰ ਕਰਨ। ਇਹ ਸਿੱਧਾਂ ਦੇ ਕੀਤੇ ਪ੍ਰਸ਼ਨਾਂ ਦਾ ਸਤਿਗੁਰੂ ਜੀ ਗਰੀਬ ਨਵਾਜ ਸੱਚੇ ਪਾਤਸ਼ਾਹ ਅਗਲੀ ਤੁਕ ਵਿੱਚ ਉੱਤਰ ਦਿੰਦੇ ਆ, ਅੰਮ੍ਰਿਤ ਵੇਲਾ ਸੱਚ ਨਾਉ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਆ ਕਿ ਜੋ ਸਵਾ ਪਹਿਰ ਦੇ ਤੜਕੇ ਅੰਮ੍ਰਿਤ ਵੇਲੇ ਉੱਠ ਕੇ ਨੀਂਦ ਆਲਸ ਛੱਡ ਕੇ ਸਾਵਧਾਨ ਹੋ ਕੇ ਇਸ਼ਨਾਨ ਕਰਕੇ ਸੱਚੇ ਨਾਮ ਦਾ ਜਾਪ ਕਰਨਾ, ਇਹ ਭੇਟਾ ਦਰਗਾਹ ਵਿੱਚ ਲਿਜਾਣ ਵਾਸਤੇ ਹੈ। ਫੇਰ ਕੇ ਅੱਗੇ ਰੱਖੇ, ਕੀ ਅੱਗੇ ਰੱਖਣਾ? ਜਿਹੜਾ ਭਜਨ ਕਰਨਾ ਨਾ ਅੰਮ੍ਰਿਤ ਵੇਲੇ ਉੱਠ ਕਰਕੇ, ਇਹ ਮਹਾਰਾਜ ਕਹਿੰਦੇ ਭਾਈ ਭੇਟਾ ਜਿਹੜੀ ਹੈ ਨਾ, ਤੇ ਜਦੋਂ ਲੈ ਕੇ ਪ੍ਰਲੋਕ ਵਿੱਚ ਜਾਂਦਾ ਜੀਵ, ਇਹ ਭੇਟਾ ਵੇਖ ਕੇ ਉਸ ਦੀ ਪ੍ਰਸੰਨਤਾ ਹੁੰਦੀ ਫਿਰ ਵਾਹਿਗੁਰੂ ਦੀ। ਇਸ ਕਰਕੇ ਸੱਚੇ ਪਾਤਸ਼ਾਹ ਨੇ ਬਾਣੀ ਵਿੱਚ ਕਿੰਨਾ ਉਪਦੇਸ਼ ਦਿੱਤਾ, ਝਾਲ ਲਾਗੇ ਉੱਠ ਨਾਮ ਜਪ, ਨਿਸ ਬਾਸਰ ਆਰਾਧ, ਕਾਰਾ ਤੁਝੈ ਨਾ ਵਿਆਪਈ, ਨਾਨਕ ਮਿਟੈ ਉਪਾਦ। ਫਿਰ ਸੱਚੇ ਪਾਤਸ਼ਾਹ ਜੀ ਨੇ ਕਿਹਾ, ਪਹਿਲੇ ਪਹਿਰੇ ਫੁੱਲੜਾ ਫਲ ਪੀ ਪੱਛਾ ਰਾਤ, ਜੋ ਜਾਗਨ ਲਹਨ ਸੇ ਸਾਈਂ ਕੰਨੋ ਦਾਤ। ਵਾਹਿਗੁਰੂ ਦੇ ਕੋਲੋਂ ਉਹਨਾਂ ਨੂੰ ਦਾਤਾਂ ਪ੍ਰਾਪਤ ਹੁੰਦੀਆਂ। ਸੱਚੇ ਪਾਤਸ਼ਾਹ ਜੀ ਨੇ ਕਿੰਨਾ ਜਿਹੜਾ ਅੰਮ੍ਰਿਤ ਵੇਲੇ ਦਾ ਮਹਾਤਮ ਦੱਸਿਆ ਹੈ। ਤੇ ਬਾਬਾ ਫਰੀਦ ਜੀ ਨੇ ਵੀ ਕਿਹਾ ਨਾ ਕਿ ਫਰੀਦਾ ਪਿਛਲ ਰਾਤ ਨਾ ਜਾਗਿਓ, ਜੀਵੰਦੜੋ ਮੋਇਓ ਹੈ, ਜੇ ਤੈ ਰੱਬ ਵਿਸਾਰਿਆ ਰੱਬ ਨਾ ਵਿਸਰਿਓ ਹੈ। ਇਸ ਕਰਕੇ ਅੰਮ੍ਰਿਤ ਵੇਲੇ ਉੱਠ ਕਰਕੇ ਜਿਹੜਾ ਸੱਚਾ ਨਾਮ ਜਪਣਾ ਨਾ, ਇਹ ਵਾਹਿਗੁਰੂ ਦੇ ਅੱਗੇ ਭੇਟਾ ਲਿਜਾਣ ਵਾਸਤੇ ਸੱਚੇ ਪਾਤਸ਼ਾਹ ਜੀ ਕਹਿੰਦੇ ਦਰਬਾਰ ਵਿੱਚ ਭੇਟਾ ਅਰਪਣ ਕਰਨ ਵਾਸਤੇ ਇਹ ਚਾਹੀਦੀ ਹੈ। ਭਾਈ ਗੁਰਦਾਸ ਸਾਹਿਬ ਜੀ ਨੇ ਵੀ ਜਿਹੜਾ ਹੈ, ਕਿਉਂਕਿ ਗੁਰਸਿੱਖੀ ਦੇ ਨਿਯਮਾਂ ਨੂੰ ਭਾਈ ਸਾਹਿਬ ਜੀ ਨੇ ਜਿਹੜਾ ਉਹ ਬੜਾ ਜਿਹੜਾ ਦ੍ਰਿੜ ਕੀਤਾ ਹੈ। ਤੇ ਭਾਈ ਸਾਹਿਬ ਜੀ ਨੇ ਆਖਿਆ, ਕੁਰਬਾਨੀ ਤਿੰਨਾਂ ਗੁਰਸਿੱਖਾਂ ਪਿਛਲ ਰਾਤੀ ਉੱਠ ਬਹੰਦੇ, ਕੁਰਬਾਨੀ ਤਿੰਨਾਂ ਗੁਰਸਿੱਖਾਂ ਅੰਮ੍ਰਿਤ ਵੇਲੇ ਸਿਰ ਨਾ ਬੰਦੇ, ਕੁਰਬਾਨੀ ਤਿੰਨਾਂ ਗੁਰਸਿੱਖਾਂ ਹੋਏ ਇੱਕ ਮਨ ਗੁਰ ਜਾਪ ਜਪੰਦੇ, ਕੁਰਬਾਨੀ ਤਿੰਨਾਂ ਗੁਰਸਿੱਖਾਂ ਸਾਧ ਸੰਗਤ ਚੱਲ ਜਾਏ ਜੁੜੰਦੇ, ਕੁਰਬਾਨੀ ਤਿੰਨਾਂ ਗੁਰਸਿੱਖਾਂ ਗੁਰਬਾਣੀ ਨਿਤ ਗਾਏ ਸੁਣੰਦੇ, ਕੁਰਬਾਨੀ ਤਿੰਨਾਂ ਗੁਰਸਿੱਖਾਂ ਮਨ ਮੇਲੀ ਕਰ ਮੇਲ ਮਿਲੰਦੇ, ਕੁਰਬਾਨੀ ਤਿੰਨਾਂ ਗੁਰਸਿੱਖਾਂ ਭਾਏ ਭਗਤ ਗੁਰਪੁਰਬ ਕਰੰਦੇ, ਗੁਰ ਸੇਵਾ ਫਲ ਸਫਲ ਫਲੰਦੇ। ਇਉਂ ਭਾਈ ਗੁਰਦਾਸ ਸਾਹਿਬ ਜੀ ਨੇ ਕਿਹਾ ਕਿ ਜਿਹੜਾ ਅੰਮ੍ਰਿਤ ਵੇਲਾ ਹੈ ਨਾ, ਉਹ ਬੜਾ ਮਹਾਨ ਹੈ ਅੰਮ੍ਰਿਤ ਵੇਲਾ।
ਤੇ ਉਦੋਂ ਉੱਠ ਕੇ ਭਜਨ ਕਰਨਾ। ਅੰਮ੍ਰਿਤ ਵੇਲੇ ਦੀ ਵੀ ਵਿਚਾਰ ਜਿਹੜੀ ਉਹ ਬਹੁਤ ਵਿਸਥਾਰ ਸਹਿਤ ਹੈ। ਜਿਹੜਾ ਮਨੁੱਖਾ ਜਨਮ ਹੈ ਨਾ 84 ਲੱਖ ਜੂਨ ਤੋਂ ਬਾਅਦ ਪ੍ਰਾਪਤ ਹੋਇਆ, ਇਹ ਵੀ ਅੰਮ੍ਰਿਤ ਵੇਲਾ ਹੈ। ਤੇ ਜਿਹੜੀ ਬਾਲਕ ਅਵਸਥਾ ਹੈ ਇਹ ਵੀ ਅੰਮ੍ਰਿਤ ਵੇਲਾ ਹੈ। ਫਿਰ ਜਵਾਨੀ ਦੀ ਅਵਸਥਾ ਵੀ ਅੰਮ੍ਰਿਤ ਵੇਲਾ ਹੈ, ਕਿਉਂਕਿ ਭਵ ਸਾਗਰ ਕੇ ਤਰਨ ਕੋ ਤਰਨ ਅਵਸਥਾ ਆਹੇ। ਜੇ ਸੰਸਾਰ ਸਮੁੰਦਰ ਨੂੰ ਤਰਨਾ ਤਾਂ ਫਿਰ ਉਹ ਜਵਾਨੀ ਦੀ ਅਵਸਥਾ। ਜਪ ਤਪ ਕਾ ਬੰਦ ਬੇੜਲਾ ਜਿਤ ਲੰਘਾ ਵਹੇਲਾ, ਭਰ ਸਰਵਰ ਜਬ ਉਛਲੈ ਤਬ ਤਰਨ ਦੁਹੇਲਾ। ਉਦੋਂ ਫਿਰ ਜਦੋਂ ਬਿਰਧ ਅਵਸਥਾ ਰੂਪੀ ਸਰੋਵਰ ਉਛਲ ਪਿਆ ਉਦੋਂ ਔਖਾ ਹੋਊਗਾ। ਮੌਤ ਰੂਪੀ ਕਾਲ ਦਾ ਸਮੁੰਦਰ ਜਦੋਂ ਉਛਲ ਪਿਆ ਉਦੋਂ ਔਖਾ ਹੋਏਗਾ। ਇਸ ਕਰਕੇ ਜਪ ਤਪ ਕਾ ਬੰਦ ਬੇੜਲਾ। ਤੇ ਜਿਹੜੀ ਜਵਾਨੀ ਦੀ ਅਵਸਥਾ ਉਦੋਂ ਹੀ ਸੇਵਾ ਕਰ ਸਕਦੇ ਆ, ਉਦੋਂ ਹੀ ਭਜਨ ਕਰ ਸਕਦੇ ਆ। ਤੇ ਫਿਰ ਬਿਰਧ ਅਵਸਥਾ ਵੀ ਅੰਮ੍ਰਿਤ ਵੇਲਾ ਮੰਨੀ ਜਾਂਦੀ ਹੈ, ਕਿਉਂਕਿ ਮੁੜ ਕੇ ਕਾਲ ਰੂਪੀ ਸੂਰਜ ਚੜ੍ਹਨਾ ਹੁੰਦਾ। ਸਾਰੇ ਕਾਰ ਵਿਹਾਰ ਉਹਨਾਂ ਤੋਂ ਮਨੁੱਖ ਵਿਹਲਾ ਹੋ ਜਾਂਦਾ। ਤੇ ਬਿਰਧ ਅਵਸਥਾ ਵਿੱਚ ਜਾ ਕਰਕੇ ਜਿਹੜਾ ਹੈ ਉਹ ਵੀ ਜਿਹੜਾ ਭਜਨ ਕਰਨ ਦਾ ਸਮਾਂ ਉਦੋਂ ਫਿਰ ਹੋਰ ਵਿਹਾਰਾਂ ਵਿੱਚ ਨਹੀਂ ਲੱਗਣਾ ਚਾਹੀਦਾ। ਚੌਹਾਂ ਯੁੱਗਾਂ ਵਿੱਚੋਂ ਕਲਯੁੱਗ ਵੀ ਜਿਹੜਾ ਹੈ ਇਹ ਅੰਮ੍ਰਿਤ ਵੇਲਾ ਹੈ। ਇਸ ਕਰਕੇ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਜਦੋਂ ਮਨ ਜਾਗਦਾ ਤੇ ਉਦੋਂ ਹੀ ਅੰਮ੍ਰਿਤ ਵੇਲਾ ਹੈ। ਤੇ ਇਸ ਕਰਕੇ ਵੇਲਿਆਂ ਵਿੱਚੋਂ ਜਿਹੜਾ ਹੈ 4 ਪਹਿਰ ਜਦੋਂ ਰਾਤ ਦੇ ਹੁੰਦੇ, ਜਦੋਂ 2 ਪਹਿਰ ਬਤੀਤ ਹੋ ਜਾਂਦੇ ਆ ਤੇ ਉਸ ਸਮੇਂ ਜਾਗਣਾ ਜਿਹੜਾ ਹੈ ਨਾ ਉਹ ਅੰਮ੍ਰਿਤ ਵੇਲਾ ਹੈ। ਤੇ ਇਸ ਕਰਕੇ ਕਈ ਇਉਂ ਵਿਚਾਰ ਸੁਣ ਕੇ ਕਹਿੰਦੇ ਆ ਮਨੁੱਖਾ ਜਨਮ ਹੀ ਜੇ ਅੰਮ੍ਰਿਤ ਵੇਲਾ ਤੇ ਚਲੋ ਕੋਈ ਨਹੀਂ, ਅੰਮ੍ਰਿਤ ਵੇਲੇ ਫਿਰ ਉੱਠਣ ਦੀ ਕੀ ਲੋੜ ਹੈ। ਤੇ ਕਈ ਪ੍ਰਚਾਰਕ ਜਿਹੜੇ ਆ ਸਿੱਖ ਅੰਮ੍ਰਿਤ ਵੇਲੇ ਨਾ ਉੱਠਣ, ਨਾਮ ਨਾ ਜਪਣ। ਤੇ ਇਸ ਕਰਕੇ ਕਹਿੰਦੇ ਜੀ ਸੌਂ ਕੇ ਜਿਹੜੀ ਆ ਨਾ ਬੈਟਰੀ ਚਾਰਜ ਹੋ ਜਾਂਦੀ ਸਰੀਰ ਦੀ। ਭਾਵੇਂ ਕਿ ਕਈ ਗੱਲਾਂ ਜਿਹੜੀਆਂ ਹਨ ਡਾਕਟਰੀ ਤੌਰ ਤੇ ਵੀ ਉਹ ਠੀਕ ਹੁੰਦੀਆਂ ਕਿ ਆਰਾਮ ਕਰਨ ਨਾਲ ਸਰੀਰ ਦੇ ਅੰਦਰ ਬਹੁਤ ਸਾਰੀ ਜਿਹੜੀ ਆ ਉਹ ਤਾਕਤ ਆਉਂਦੀ ਹੈ। ਪਰ ਜਿਹੜਾ ਅੰਮ੍ਰਿਤ ਵੇਲੇ ਆਰਾਮ ਕਰਨਾ ਨਾ, ਬਿਨਾਂ ਨੀਂਦ ਤੋਂ ਸੌਂ ਜਾਣਾ, ਉਹ ਬਹੁਤ ਜ਼ਿਆਦਾ ਵਿਆਧ ਦੁੱਖ ਤੇ ਰੋਗ ਪੈਦਾ ਕਰਦਾ ਹੈ। ਮਹਾਰਾਜ ਜੀ ਨੇ ਕਿਹਾ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, ਮਨ ਤਨ ਭਏ ਅਰੋਗਾ। ਤੇ ਮਨ ਵੀ ਤੇ ਤਨ ਜਿਹੜਾ ਹੈ ਉਹ ਫਿਰ ਅਰੋਗ ਹੋ ਜਾਂਦਾ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਨੇ ਜਿਹੜਾ ਹੈ ਫਿਰ ਮੂੰਹ ਤੋਂ ਜਿਹੜੇ ਆ ਉਹ ਬੋਲ ਜਿਹੜੇ ਸਿੱਧਾ ਪੁੱਛਿਆ ਸੀ ਕਿ ਮੋਹਾਉ ਕੇ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ। ਮਹਾਰਾਜ ਜਿਨ੍ਹਾਂ ਨੂੰ ਸੁਣ ਕਰਕੇ ਵਾਹਿਗੁਰੂ ਸਾਡੇ ਨਾਲ ਪਿਆਰ ਕਰੇ ਤੇ ਫਿਰ ਕੀ ਕਰਨਾ, ਅੰਮ੍ਰਿਤ ਵੇਲਾ ਸੱਚ ਨਾਓ ਵਡਿਆਈ ਵਿਚਾਰ। ਵਾਹਿਗੁਰੂ ਦੀਆਂ ਵਡਿਆਈਆਂ ਦੀ ਵਿਚਾਰ ਕਰਨੀ ਕਿ ਉਹ ਐਡਾ ਪਰਮੇਸ਼ਰ ਪਤਿਤ ਪਾਵਨ ਹੈ, ਭਗਤ ਵਛਲ ਹੈ, ਦੀਨ ਦਿਆਲ ਹੈ, ਕਿਰਪਾ ਨਿਧਾਨ ਹੈ। ਉਹਦੀਆਂ ਇਹ ਵਡਿਆਈਆਂ ਜਿਹੜੀਆਂ ਨਾ ਪਰਮੇਸ਼ਰ ਦੀਆਂ, ਉਹਨਾਂ ਨੂੰ ਚੇਤੇ ਕਰਨਾ। ਤੇ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਆ ਇਹੋ ਜਿਹੀਆਂ ਵਡਿਆਈਆਂ ਆਪਣੇ ਮੁਖ ਤੋਂ ਗਾਉਣੀਆਂ। ਇਹ ਬੋਲ ਜਿਹੜੇ ਆ ਸਿੱਧੋ ਉਹ ਮੁਖ ਤੋਂ ਬੋਲਣੇ ਚਾਹੀਦੇ ਆ। ਤੇ ਜਿਨ੍ਹਾਂ ਨੂੰ ਸੁਣ ਕਰਕੇ ਫਿਰ ਵਾਹਿਗੁਰੂ ਜੀ ਪਿਆਰ ਕਰਦੇ ਆ, ਵਾਹਿਗੁਰੂ ਜੀ ਦਾ ਜਿਹੜਾ ਦਰਬਾਰ ਹੈ ਉਹ ਦਿਸਣ ਲੱਗ ਪੈਂਦਾ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਫਿਰ ਇਉਂ ਜਿਹੜਾ ਹੈ ਪਰਮੇਸ਼ਰ ਦੇ ਦੀਦਾਰ ਨੂੰ ਉਹ ਜੀਵ ਪਾ ਲੈਂਦਾ ਹੈ। ਫਿਰ ਸਿੱਧਾ ਨੇ ਪ੍ਰਸ਼ਨ ਕੀਤਾ ਮਹਾਰਾਜ ਦੇ ਕੋਲ, ਸੱਚੇ ਪਾਤਸ਼ਾਹ ਜੀ ਮਹਾਰਾਜ ਜੇ ਕਰਮ ਕਰੀ ਜਾਈਏ ਤਾਂ ਪਰਮੇਸ਼ਰ ਦੀ ਪ੍ਰਾਪਤੀ ਹੋ ਸਕਦੀ ਹੈ। ਤਾਂ ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਨੇ ਕਿਹਾ ਕਿ ਕਰਮੀ ਆਵੈ ਕੱਪੜਾ। ਜਿਹੜੇ ਸਕਾਮ ਕਰਮਾਂ ਦੇ ਕਰਨੇ ਕਰਕੇ ਨਾ ਇਹ ਦੇਹ ਰੂਪੀ ਮਹਾਰਾਜ ਕਹਿੰਦੇ ਕੱਪੜਾ ਪ੍ਰਾਪਤ ਹੁੰਦਾ ਹੈ। ਭਾਵ ਵਾਸ਼ਨਾ ਦੇ ਅਨੁਸਾਰ ਇਸ ਦੇਹ ਦੀ ਪ੍ਰਾਪਤੀ ਹੁੰਦੀ ਰਹਿੰਦੀ ਹੈ। ਜੇ ਜੀਵ ਕਰਮਾਂ ਦੇ ਵਿੱਚ ਫਸਿਆ ਰਹਿੰਦਾ ਨਾ, ਆਪਣੇ ਆਪ ਨੂੰ ਕਰਤਾ ਭੁਗਤਾ ਮੰਨਦਾ ਹੈ, ਤਾਂ ਮਹਾਰਾਜ ਕਹਿੰਦੇ ਵਾਸ਼ਨਾ ਦੇ ਅਨੁਸਾਰ ਦੇਹ ਮਿਲਦੀ ਰਹਿੰਦੀ ਹੈ। ਕਰਮੀ ਆਵੈ ਕੱਪੜਾ। ਜਿਹੋ ਜਿਹਾ ਜੀਵ ਦੇ ਅੰਦਰ ਵਾਸ਼ਨਾ ਹੁੰਦੀ ਹੈ, ਜਿਵੇਂ ਮਹਾਰਾਜ ਸਾਹਿਬ ਜੀ ਨੇ ਉਹ ਭਗਤ ਤਰਲੋਚਨ ਜੀ ਦਾ ਸ਼ਬਦ ਹੈ ਨਾ ਬਾਣੀ ਦੇ ਅੰਦਰ ਕਿ ਅੰਤ ਕਾਲ ਜੇ ਲੜਕੇ ਸਿਮਰੇ, ਐਸੀ ਚਿੰਤਾ ਮਹਿ ਜੇ ਮਰੈ, ਸੂਕਰ ਜੋਨ ਵਾਲ ਵਾਲ ਉਤਰੈ। ਜਿਹੋ ਜੀ ਵਾਸ਼ਨਾ ਹੁੰਦੀ ਹੈ ਉਹੋ ਜਿਹਾ ਸਰੀਰ ਰੂਪੀ ਕੱਪੜਾ ਜਿਹੜਾ ਨਾ ਉਹ ਜੀਵ ਨੂੰ ਪ੍ਰਾਪਤ ਹੋ ਜਾਂਦਾ ਹੈ। ਤੇ ਫਿਰ ਸਿੱਧਾ ਨੇ ਪ੍ਰਸ਼ਨ ਕੀਤਾ ਮਹਾਰਾਜ ਮੁਕਤੀ ਕਿਵੇਂ ਪ੍ਰਾਪਤ ਹੋ ਸਕਦੀ ਹੈ। ਮਹਾਰਾਜ ਕਿਹਾ ਨਦਰੀ ਮੋਖ ਦੁਆਰ। ਵਾਹਿਗੁਰੂ ਦੀ ਕਿਰਪਾ ਦ੍ਰਿਸ਼ਟੀ ਨਾਲ ਸੰਸਾਰ ਤੋਂ ਅਤੇ ਮਹਾਰਾਜ ਕਹਿੰਦੇ ਇਸ ਸਰੀਰ ਤੋਂ, ਗਰੀਬ ਨਿਵਾਜ ਸੱਚੇ ਪਾਤਸ਼ਾਹ ਕਹਿੰਦੇ ਆ ਜਿਹੜਾ 9 ਗੋਲਕਾਂ ਵਾਲਾ ਇਹ ਸਰੀਰ ਹੈ ਨਾ, ਇਹਦੇ ਤੋਂ ਵਾਹਿਗੁਰੂ ਦੀ ਮਿਹਰ ਦੀ ਨਿਗਾਹ ਨਾਲ ਮੁਕਤੀ ਪ੍ਰਾਪਤ ਹੁੰਦੀ ਹੈ। ਜਦੋਂ ਵਾਹਿਗੁਰੂ ਜੀ ਆਪਣੀ ਮਿਹਰ ਦੀ ਦ੍ਰਿਸ਼ਟੀ ਕਰਦੇ ਆ ਤਾਂ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਉਦੋਂ ਜੀਵ ਨੂੰ ਮੁਕਤੀ ਦਾ ਜਿਹੜਾ ਦੁਆਰਾ ਹੈ ਨਾ ਇਸ ਸਰੀਰ ਤੋਂ
ਉਹ ਮਹਾਰਾਜ ਕਹਿੰਦੇ ਪ੍ਰਾਪਤ ਹੋ ਜਾਂਦਾ ਹੈ। ਤੇ ਕਰਮੀ ਆਵੈ ਕੱਪੜਾ, ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਜੇ ਪੁਰਖ ਨਿਸ਼ਕਾਮ ਕਰਮ ਕਰੇ, ਸੇਵਾ ਕਰਤ ਹੋਏ ਨਿਹਕਾਮੀ, ਤਾਂ ਪ੍ਰੇਮ ਰੂਪੀ ਕੱਪੜਾ ਉਹਨੂੰ ਪ੍ਰਾਪਤ ਹੁੰਦਾ ਹੈ। ਜੇ ਸੇਵਾ ਦਾ ਕਰਮ ਕਰੇ ਤਾਂ ਕਿਹੜਾ ਕੱਪੜਾ ਪ੍ਰਾਪਤ ਹੁੰਦਾ? ਪ੍ਰੇਮ ਪਟੋਲਾ ਤੈਂ ਸਹਿ ਦਿੱਤਾ, ਢੱਕਣ ਕੂਪਤ ਮੇਰੀ। ਫਿਰ ਪ੍ਰੇਮ ਰੂਪੀ ਵਸਤਰ ਪ੍ਰਾਪਤ ਹੋ ਜਾਂਦਾ ਹੈ। ਤੇ ਜਦੋਂ ਪ੍ਰੇਮ ਰੂਪੀ ਕੱਪੜਾ ਪ੍ਰਾਪਤ ਹੁੰਦਾ, ਵਾਹਿਗੁਰੂ ਜੀ ਦੀ ਮਿਹਰ ਦੀ ਨਿਗਾਹ ਹੁੰਦੀ ਹੈ ਤੇ ਮੁਕਤੀ ਦਾ ਦੁਆਰਾ ਜਿਹੜਾ ਜੀਵ ਨੂੰ ਪ੍ਰਾਪਤ ਹੋ ਜਾਂਦਾ ਹੈ। ਸੱਚੇ ਪਾਤਸ਼ਾਹ ਮਹਾਰਾਜ ਨੇ ਕਿਹਾ ਨਾਨਕ ਏਵੈ ਜਾਣੀਐ। ਸਤਿਗੁਰੂ ਜੀ ਕਹਿੰਦੇ ਹਨ ਕਿ ਇਹ ਸਿੱਧੋ ਇਸ ਪ੍ਰਕਾਰ ਜਾਣ ਲਈਦਾ, ਫਿਰ ਬੁੱਝ ਲਈਦਾ ਹੈ। ਜਿਹੜਾ ਇਹ ਸ਼ਬਦ ਹੈ ਨਾ ਏਵੈ, ਤੇ ਇੱਥੇ ਕਈ ਜਿੰਨਾ ਸੰਥਿਆ ਨਹੀਂ ਕੀਤੀ ਹੁੰਦੀ, ਜਦੋਂ ਉੱਥੇ ਪੜ ਜਾਂਦੇ ਨਾਨਕ ਐਵੇਂ ਜਾਣੀ ਹੈ। ਐਵੇਂ ਭਾਵ ਉਦਾਂ ਹੀ ਜਾਣੀ ਹੈ, ਐਵੇਂ ਐੜਾ ਨਹੀਂ ਬੋਲਣਾ, ਇਹਦੇ ਨਾਲ ਅਨਰਥ ਹੋ ਜਾਂਦਾ ਹੈ। ਨਾਨਕ ਏਵੈ, ਏਵੈ ਭਾਵ ਇਸ ਤਰ੍ਹਾਂ, ਇਸ ਪ੍ਰਕਾਰ ਵਾਹਿਗੁਰੂ ਨੂੰ ਜਿਹੜਾ ਹੈ ਉਹ ਜਾਣ ਲਈਦਾ, ਭਾਵ ਉਹਦੇ ਗਿਆਨ ਨੂੰ ਪ੍ਰਾਪਤ ਕਰਕੇ ਉਹਦੇ ਵਿੱਚ ਅਭੇਦ ਹੋਈ ਜਾਈਦਾ। ਸਭ ਆਪੇ ਸਚਿਆਰ, ਕਿ ਉਹ ਪਰਮੇਸ਼ਰ ਸਾਰਿਆਂ ਵਿੱਚ ਆਪਣਾ ਰੂਪ ਆਪ ਹੈ। ਸੰਤਨ ਕੀ ਸੁਣ ਸਾਚੀ ਸਾਖੀ, ਸੋ ਬੋਲਹਿ ਜੋ ਪੇਖਾ ਹੈ ਆਖੀ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਨੇ ਸਾਰੇ ਥਾਵਾਂ ਤੇ ਉਹ ਸਚਿਆਰ ਪਰਮੇਸ਼ਰ ਜਿਹੜਾ ਹੈ ਉਹ ਆਪ ਜਿਹੜਾ ਹੈ ਦਰਸ਼ਨ ਉਹਦੇ ਪ੍ਰਾਪਤ ਹੋ ਜਾਂਦੇ ਆ। ਇਸ ਤਰ੍ਹਾਂ ਵਾਹਿਗੁਰੂ ਜੀ ਦਿਸਣ ਲੱਗ ਪੈਂਦੇ ਆ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਆ ਇਉਂ ਜੀਵ ਦੇ ਅੰਦਰ ਸਾਰੇ ਜਿਹੜੇ ਭੇਦ ਆ ਉਹ ਖੁੱਲ ਜਾਂਦੇ ਆ। ਅੰਮ੍ਰਿਤ ਵੇਲੇ ਉੱਠ ਕਰਕੇ ਵਾਹਿਗੁਰੂ ਦਾ ਜਿਹੜਾ ਨਾਮ ਜਪਣਾ, ਉਹਦਾ ਸਤਿਗੁਰੂ ਜੀ ਕਹਿੰਦੇ ਵੱਡਾ ਫਲ ਵੈ। ਇਹ ਭੇਟਾ ਜਦੋਂ ਵਾਹਿਗੁਰੂ ਜੀ ਦੇ ਅੱਗੇ ਰੱਖਣ ਨੂੰ ਸਾਡੇ ਕੋਲ ਹੋਵੇ ਤੇ ਉਹ ਪਾਤਸ਼ਾਹਾਂ ਦਾ ਪਾਤਸ਼ਾਹ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਭਾਈ ਫਿਰ ਸਾਡੇ ਤੇ ਪ੍ਰਸੰਨ ਹੋਵੇਗਾ, ਵਾਹਿਗੁਰੂ ਜੀ ਦੀਆਂ ਸਾਨੂੰ ਖੁਸ਼ੀਆਂ ਪ੍ਰਾਪਤ ਹੋਣਗੀਆਂ। ਤੇ ਨਾਮ ਦੀ ਬਾਬਤ ਸਤਿਗੁਰੂ ਜੀ ਨੇ ਕਿਹਾ ਹਰ ਜਪਦਿਆਂ ਖਿਨ ਢਿੱਲ ਨਾ ਕੀਜਈ ਮੇਰੀ ਜਿੰਦੜੀਏ, ਮਤ ਕੇ ਜਾਪੈ ਸਾਹੋ ਆਵੈ ਕਿ ਨਾ ਆਵੈ ਰਾਮ। ਇਉਂ ਸਤਿਗੁਰੂ ਜੀ ਕਹਿੰਦੇ ਭਾਈ ਜਿੱਥੇ ਅੰਮ੍ਰਿਤ ਵੇਲੇ ਉੱਠ ਕਰਕੇ ਵਾਹਿਗੁਰੂ ਜੀ ਦਾ ਨਾਮ ਜਪਣਾ ਨਾ, ਤਾਂ ਸਦਾ ਹੀ ਪਰਮੇਸ਼ਰ ਦੇ ਭਜਨ ਨੂੰ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਪ੍ਰੀਤ ਦੇ ਨਾਲ ਕਰੇ। ਤੇ ਪ੍ਰੇਮ ਨਾਲ ਜਦੋਂ ਭਜਨ ਦੇ ਵਿੱਚ ਜੁੜੇਗਾ ਤੇ ਵਾਹਿਗੁਰੂ ਜੀ ਦੇ ਉਹਨੂੰ ਆਨੰਦ ਦੀ ਦਾਤ ਪ੍ਰਾਪਤ ਹੋਵੇਗੀ। ਇਹ ਸੱਚੇ ਪਾਤਸ਼ਾਹ ਜੀ ਮਹਾਰਾਜ ਚੌਥੀ ਪੌੜੀ ਦੇ ਅੰਦਰ ਮਹਾਰਾਜ ਬਖਸ਼ਿਸ਼ ਕੀਤਾ ਹੈ ਕਿ ਸੱਚਾ ਸਾਹਿਬ, ਇਹ ਨਹੀਂ ਕਹਿਣਾ ਸਾਚਾ ਸਾਹਿਬ, ਕੰਨੇ ਪੂਰੇ ਜਿਹੜੇ ਆ ਲਾਉਣੇ, ਸੱਚਾ ਸਾਹਿਬ ਸਾਚ ਨਾਏ। ਮਹਾਰਾਜ ਕਹਿੰਦੇ ਉਹ ਸੱਚਾ ਸਾਹਿਬ, ਉਹਦਾ ਨਾਮ ਸੱਚਾ ਹੈ, ਤਿੰਨਾਂ ਕਾਲਾਂ ਵਿੱਚ ਰਹਿਣ ਵਾਲਾ ਹੈ, ਆਪ ਸਦਾ ਸਲਾਮਤ ਹੈ। ਉਹ ਪਿਆਰ ਦੀ ਭਾਸ਼ਾ ਨਾਲ ਪ੍ਰਾਪਤ ਹੁੰਦਾ ਜਿਹਦਾ ਪਾਰਾਵਾਰ ਅੰਤ ਨਹੀਂ ਪਾਇਆ ਜਾ ਸਕਦਾ। ਉਹਦੇ ਕੋਲੋਂ ਆਖ ਆਖ ਕੇ ਜੀਵ ਮੰਗਦੇ ਆ। ਕੋਈ ਕਿਸੇ ਪ੍ਰਕਾਰ ਦੀਆਂ ਦਾਤਾਂ ਮਹਾਰਾਜ ਦੈਂਤ ਕਹਿੰਦੇ ਮਹਾਰਾਜ ਸਾਨੂੰ ਦੇ, ਦੇਵਤੇ ਕਹਿੰਦੇ ਦੇ, ਮਨੁੱਖ ਕਹਿੰਦੇ ਆ ਦੇ। ਇਉਂ ਵਾਹਿਗੁਰੂ ਜੀ ਫਿਰ ਦਾਤ ਕਰੇ ਦਾਤਾਰ, ਦਾਤੇ ਹੋ ਕਰਕੇ ਮਹਾਰਾਜ ਦਾਤਾਂ ਦਿੰਦੇ ਆ। ਹਜੂਰ ਦੇ ਅੱਗੇ ਫਿਰ ਇਹ ਪ੍ਰਸ਼ਨ ਸੀ ਜਿਹੜਾ ਆਪਾਂ ਸੁਣਿਆ, ਤਾਂ ਹੁਣ ਮੈਂ ਸੂਖਸ਼ਮ ਰੂਪ ਵਿੱਚ ਬੇਨਤੀ ਕਰ ਰਿਹਾ ਕਿ ਮਹਾਰਾਜ ਵਾਹਿਗੁਰੂ ਜੀ ਦੇ ਅੱਗੇ ਕੀ ਰੱਖੀਏ ਜਿਸ ਕਰਕੇ ਉਹਨਾਂ ਦਾ ਦਰਬਾਰ ਦਾ ਦਰਸ਼ਨ ਹੋਵੇ। ਮੁਖ ਤੋਂ ਕਿਹੜੇ ਬੋਲ ਬੋਲੀਏ ਜਿਨ੍ਹਾਂ ਦੇ ਸੁਣਨ ਕਰਕੇ ਵਾਹਿਗੁਰੂ ਜੀ ਸਾਡੇ ਨਾਲ ਪਿਆਰ ਕਰਨ। ਇਹਨਾਂ ਪ੍ਰਸ਼ਨਾਂ ਦੇ ਉੱਤਰ ਮਹਾਰਾਜ ਜੀ ਨੇ ਦਿੱਤੇ। ਕਿਹਾ ਕਿ ਅੰਮ੍ਰਿਤ ਵੇਲੇ ਉੱਠ ਕੇ ਵਾਹਿਗੁਰੂ ਜੀ ਦੇ ਨਾਮ ਨੂੰ ਜਪਣੇ ਕਰਕੇ, ਉਹਨਾਂ ਦੀਆਂ ਵਡਿਆਈਆਂ ਦੀ ਵਿਚਾਰ ਕਰਨੇ ਕਰਕੇ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਆ ਕਿ ਸਾਡੇ ਤੇ ਵਾਹਿਗੁਰੂ ਜੀ ਦੀ ਪ੍ਰਸੰਨਤਾ ਹੋਵੇਗੀ ਤੇ ਪਰਮੇਸ਼ਰ ਦਾ ਸਾਨੂੰ ਦਰਬਾਰ ਦਾ ਦਰਸ਼ਨ ਹੋਵੇਗਾ। ਜਿਹੜੇ ਬਚਨ ਸੁਣ ਕੇ ਵਾਹਿਗੁਰੂ ਜੀ ਪਿਆਰ ਕਰਦੇ ਆ ਉਹ ਕਿਹੜੇ ਬਚਨ ਨੇ? ਜਪਜੀ ਸਾਹਿਬ ਦੀ ਬਾਣੀ ਹੈ। ਅੰਮ੍ਰਿਤ ਵੇਲੇ ਉੱਠ ਕਰਕੇ ਜਪਜੀ ਸਾਹਿਬ ਦੀ ਬਾਣੀ ਪੜ੍ਹਨੀ। ਤੇ ਜਿਹੜੇ ਸਾਡੇ ਪੁਰਖੇ ਹੋਏ ਆ ਉਹਨਾਂ ਦਾ ਜਦੋਂ ਆਪਾਂ ਜੀਵਨ ਪੜ੍ਹੀਏ ਤੇ ਬਾਬਾ ਦੀਪ ਸਿੰਘ ਸਾਹਿਬ ਜੀ ਦਾ ਜੀਵਨ ਸੀਗਾ ਕਿ ਆਪ ਜੀ 101 ਜਪਜੀ ਸਾਹਿਬ ਦਾ ਪਾਠ ਰੋਜ਼ਾਨਾ ਕਰਦੇ ਸੀ ਬਾਬਾ ਦੀਪ ਸਿੰਘ ਸਾਹਿਬ ਜੀ। ਤੇ ਸ਼੍ਰੀਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖ ਵੀ ਜਪਜੀ ਸਾਹਿਬ ਦੇ ਪਾਠਾਂ ਦੇ ਉਹਨਾਂ ਨੇ ਕਈ ਜਾਪ ਮਹਾਂਪੁਰਖਾਂ ਨੇ ਕੀਤੇ ਸੀ। ਜੇ ਵਿਦਿਆਰਥੀ ਰੂਪ ਵਿੱਚ ਜਦੋਂ ਪੜ੍ਹਦੇ ਸੀਗੇ ਤੇ ਇਹ ਬੋਪਾ ਰਾਏ ਨਗਰ ਦਾ ਬਚਨ ਹੈ ਕਿ ਮਹਾਂਪੁਰਖਾਂ ਨੂੰ ਫਿਰ ਜਦੋਂ ਇਹ ਪੜ੍ਹਦੇ ਸੀ, ਕੇਤੇ ਇੰਦ ਚੰਦ ਸੂਰ ਕੇਤੇ, ਕੇਤੇ ਮੰਡਲ ਦੇਸ, ਕੇਤੇ ਸਿੱਧ ਬੁੱਧ ਨਾਥ ਕੇਤੇ, ਕੇਤੇ ਦੇਵੀ ਵੇਸ, ਉਹ ਸਾਰਾ ਨਜ਼ਾਰਾ ਜਿਹੜਾ ਸੀ ਉਹ ਦਿਸਣ ਲੱਗ ਪਿਆ ਸੀ। ਤੇ ਫਿਰ
श्रीमान संत बाबा सुंदर सिंह जी खालसा पिंडरां वाले महापुरखों को आके बेनती की सी कि महाराज सानू इदां जो असीं पढ़दे हां ते सानू सब कुछ दिसदा है। ते फिर महापुरखों ने आख्या सी कि भाई पुरखा तुहानू महाराज की किरपा नाल ज्ञान हो गया, इस ब्रह्म ज्ञान की अवस्था नू छुपा के ते नाम की कमाई करो। इस तरह सच्चे पातशाह जी महाराज उन्हां ते फिर प्रसन्नता करदे आ ते वाहिगुरू जी की बख्शिश दे नाल ਇਹ ਜਿਹੜਾ ਸਰੀਰ ਰੂਪੀ ਕੱਪੜਾ ਮਿਲਦਾ ਹੈ ਤੇ ਜੇ ਕਰਮਾਂ ਦੇ ਕਰਨ 'ਚ ਫਸਿਆ ਰਵੇ ਫਿਰ ਜੀਵ ਨੂੰ ਵਾਸ਼ਨਾ ਨਾਲ ਬਾਰ-ਬਾਰ ਕੱਪੜੇ ਹੀ ਮਿਲਦੇ ਰਹਿੰਦੇ ਆ ਸਰੀਰ ਰੂਪੀ ਪਾਉਣ ਨੂੰ। ਤੇ ਜਦੋਂ ਮਹਾਰਾਜ ਦੀ ਬਖਸ਼ਿਸ਼ ਦੇ ਨਾਲ ਮਿਲਿਆ ਹੋਇਆ ਸਰੀਰ ਰੂਪੀ ਕੱਪੜਾ ਇਹਨੂੰ ਸੇਵਾ ਦੇ ਕਰਮ ਵਿੱਚ ਲਾਵੇ, ਪ੍ਰੀਤ ਦੇ ਕਰਮ ਵਿੱਚ ਲਾਵੇ ਤੇ ਫਿਰ ਮਿਹਰ ਦੀ ਨਿਗਾਹ ਨਾਲ ਮੁਕਤੀ ਦਾ ਦੁਆਰਾ ਪ੍ਰਾਪਤ ਹੁੰਦਾ ਹੈ। ਸਤਿਗੁਰੂ ਜੀ ਕਹਿੰਦੇ ਨੇ ਇਸ ਪ੍ਰਕਾਰ ਜਾਣਨਾ ਕਰੋ ਸਿੱਧੋ, ਉਹ ਆਪੇ ਹੀ ਸਚਿਆਰ ਪਰਮੇਸ਼ਰ ਜਿਹੜਾ ਬਖਸ਼ਿਸ਼ ਕਰਕੇ ਨਿਹਾਲ ਕਰਨ ਵਾਲਾ ਹੈ। ਸਾਰੀਆਂ ਥਾਵਾਂ ਤੇ ਸਚਿਆਰ ਪਰਮੇਸ਼ਰ ਹੀ ਉਹਨਾਂ ਨੂੰ ਦਿਸ ਪੈਂਦਾ ਹੈ ਤੇ ਉਹਨਾਂ ਦਾ ਆਪਣਾ ਰਿਦਾ ਜਿਹੜਾ ਹੈ ਉਹ ਸਚਿਆਰ ਹੋ ਜਾਂਦਾ ਹੈ। ਇਹ ਸੱਚੇ ਪਾਤਸ਼ਾਹ ਜੀ ਮਹਾਰਾਜ ਅੱਜ ਚੌਥੀ ਪੌੜੀ ਦੇ ਅੰਦਰ ਬਖਸ਼ਿਸ਼ ਕੀਤੀ ਹੈ ਤੇ ਅਰਥਾਂ ਦਾ ਬਹੁਤਾ ਵਿਸਥਾਰ ਜਿਹੜਾ ਹੈ, ਕਿਉਂਕਿ ਕਈ ਅਰਥ ਹੁੰਦੇ ਆ। ਡਾਕਟਰ ਭਾਈ ਵੀਰ ਸਿੰਘ ਸਾਹਿਬ ਜੀ ਨੇ ਨਰੋਲ ਜਿਹੜੇ ਆ ਉਹ ਮੁੱਖ ਅਰਥ ਜਿਹੜੇ ਹਨ ਉਹ ਕੀਤੇ ਹਨ। ਤੋ ਭਾਈ ਸਾਹਿਬ ਜੀ ਨੇ ਵੀ ਬਹੁਤ ਡੂੰਘਾਈ ਦੇ ਨਾਲ ਤੇ ਬੜੇ ਪ੍ਰੇਮ ਦੇ ਨਾਲ, ਕਿਉਂਕਿ ਪ੍ਰੀਤ ਦੀ ਰੀਤ ਨਾਲ ਜਿਹੜੇ ਗੁਰਬਾਣੀ ਨੂੰ ਵਿਚਾਰਦੇ ਆ ਪੜ੍ਹਦੇ ਆ ਉਹਨਾਂ ਗੁਰਸਿੱਖਾਂ ਨੂੰ ਬਾਣੀ ਦਾ ਜਿਹੜਾ ਹੈ ਸਪਰਸ਼ ਪ੍ਰਾਪਤ ਹੁੰਦਾ। ਭਾਈ ਸਾਹਿਬ ਬਹੁਤ ਕਮਾਈ ਵਾਲੇ ਜਿਨ੍ਹਾਂ ਨੇ ਸਤਿਗੁਰੂ ਜੀ ਦੇ ਨਾਮ ਨਾਲ ਇੰਨਾ ਪ੍ਰੇਮ ਕੀਤਾ ਤੇ ਸਾਹਿਤ ਦੁਆਰਾ ਬਹੁਤ ਵੱਡੀ ਪੰਥ ਦੀ ਸੇਵਾ ਕੀਤੀ। ਤੋ ਸੱਚੇ ਪਾਤਸ਼ਾਹ ਜੀ ਮਹਾਰਾਜ ਐਸੇ ਗੁਰਸਿੱਖਾਂ ਦੇ ਜਿਹੜੇ ਕੀਤੇ ਹੋਏ ਕਰਮ ਨੇ, ਕਮਾਈਆਂ ਕੀਤੀਆਂ, ਉਹਨਾਂ ਤੋਂ ਬਹੁਤ ਸਾਰਾ ਜਿਹੜਾ ਹੈ ਜੀਆਂ ਨੂੰ ਸੇਧ ਪ੍ਰਾਪਤ ਹੁੰਦੀ ਹੈ। ਤੋ ਸੱਚੇ ਪਾਤਸ਼ਾਹ ਜੀ ਮਹਾਰਾਜ ਕਿਰਪਾ ਕਰਨ, ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਦਾ ਪਵਿੱਤਰ ਉਪਦੇਸ਼ ਸਾਡੇ ਹਿਰਦੇ ਵਿੱਚ ਵਸੇ। ਸਤਿਗੁਰੂ ਜੀ ਦਾ ਪਵਿੱਤਰ ਉਪਦੇਸ਼ ਪਾ ਕਰਕੇ ਅਸੀਂ ਵੀ ਨਿਹਾਲ ਹੋ ਸਕੀਏ। ਇਹ ਇੰਨੀ ਜਿਹੜੀ ਹਾਜ਼ਰੀ ਹੈ ਉਹ ਅੱਜ ਦੀ ਪ੍ਰਵਾਨ ਕਰਨੀ। ਤੋ ਆਪਾਂ ਜਿਹੜੀ ਹੈ ਉਹ ਚੌਥੀ ਪੌੜੀ ਅੱਜ ਜਿਹੜੀ ਆ ਸੰਪੂਰਨ ਕੀਤੀ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਇਸ ਪਵਿੱਤਰ ਉਪਦੇਸ਼ ਨੂੰ ਜਿੱਥੇ ਆਪਾਂ ਸੁਣਦੇ ਹਾਂ ਤੇ ਨਾਲ ਜਿਹੜੀ ਚੀਜ਼ ਤੁਹਾਨੂੰ ਨਹੀਂ ਪਤਾ ਲੱਗਦੀ ਉਹਨੂੰ ਲਿਖਣ ਦਾ ਵੀ ਯਤਨ ਕਰਨਾ। ਫਿਰ ਆਪਣੀ ਕਾਪੀ ਸੰਥਿਆ ਵਾਲੀ ਬਣਾ ਕੇ ਜਦੋਂ ਆਪਾਂ ਕੋਈ ਵੀ ਚੀਜ਼ ਪਿੱਛੇ ਜਾ ਕੇ ਵੇਖਣੀ ਹੋਊਗੀ ਤੇ ਉਹਨੂੰ ਆਪਾਂ ਫਿਰ ਵੇਖ ਸਕਦੇ ਹਾਂ ਤੇ ਅੱਗੇ ਪੜ੍ਹਾ ਸਕਦੇ ਹਾਂ। ਟਕਸਾਲ ਦਾ ਅਰਥ ਇਹ ਹੀ ਹੁੰਦਾ ਹੈ ਕਿ ਸਿੱਖ ਕੇ ਅੱਗੇ ਹੋਰ ਪੜ੍ਹਾਉਣਾ, ਤੇ ਜਦੋਂ ਹੋਰ ਨੂੰ ਆਪਾਂ ਪੜ੍ਹਾਉਂਦੇ ਹਾਂ ਫਿਰ ਸਾਡੀ ਆਪਣੀ ਹੋਰ ਵਿੱਦਿਆ ਜਿਹੜੀ ਉਹ ਸੰਪੂਰਨ ਹੁੰਦੀ ਹੈ। ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰਨ, ਹੋਈਆਂ ਭੁੱਲਾਂ ਬਖਸ਼ ਲੈਣੀਆਂ, ਅੱਗੇ ਵਾਸਤੇ ਸਮੱਤ ਬਖਸ਼ਣੀ। ਦੋ ਪੰਕਤੀਆਂ ਪੜ੍ਹ ਕੇ ਆਪਾਂ ਫਤਿਹ ਬੁਲਾਈਏ। ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ, ਕਰਮੀ ਆਵੈ ਕੱਪੜਾ ਨਦਰੀ ਮੋਖ ਦੁਆਰ, ਨਾਨਕ ਏਵੈ ਜਾਣੀਐ ਸਭ ਆਪੇ ਸਚਿਆਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।